कि मैं जो सिविल एविएशन ते टूरिज्म मिनिस्ट्री च सीगा ते ਅਸੀਂ ਟੂਰਿਜ਼ਮ ਸਾਈਡ ਤੋਂ ਇਹ ਦੇਖਿਆ ਵੀ ਜੇ ਟੂਰਿਸਟਾਂ ਨੂੰ ਇਹਨਾਂ ਦੀ ਸੰਖਿਆ ਵਧਾਉਣੀ ਹੈ ਜਿਹੜੇ ਬਾਹਰੋਂ ਆਉਂਦੇ ਨੇ ਤਾਂ ਅਸੀਂ ਗੇਟਵੇ 에ਅਰਪੋਰਟ ਹੋਰ ਸਾਨੂੰ ਬਣਾਉਣੇ ਪੈਣਗੇ ਕਿਉਂਕਿ 4 ਹੀ ਸੀਗੇ ਉਦੋਂ ਤੇ ਉਹ ਜਿਸ ਵੇਲੇ ਲਿਸਟ ਬਣਾਉਣੀ ਸੀ ਵੀ ਕਿਹੜੇ ਹੋਣ ਜਿਨ੍ਹਾਂ ਨੂੰ ਇੰਟਰਨੈਸ਼ਨਲ ਲੈਵਲ ਦੇ ਗੇਟ ਅਸੀਂ ਬਣਾਈਏ ਤਾਂ ਮੈਂ ਅੰਮ੍ਰਿਤਸਰ ਦਾ ਨਾਂ ਪਾਇਆ ਉਹਦੇ। ਅੱਛਾ। ਤਾਂ ਅੰਮ੍ਰਿਤਸਰ ਚਲਾ ਗਿਆ ਉੱਪਰ ਜਿਸ ਵੇਲੇ ਅੰਮ੍ਰਿਤਸਰ ਦਾ ਅਨਾਉਂਸ ਹੋਇਆ ਪੰਜਾਬ ਸਰਕਾਰ ਵੱਲੋਂ ਚਿੱਠੀ ਆਉਂਦੀ ਹੈ ਵੀ ਅੰਮ੍ਰਿਤਸਰ ਰਹਿਣ ਦਿਓ। ਅੱਛਾ। ਤੇ ਮੁਹਾਲੀ ਨੂੰ ਬਣਾ ਦਿਓ। ਉਦੋਂ ਕਿਹੜੀ ਸਰਕਾਰ ਸੀ? ਉਹ ਛੱਡੋ ਤੁਸੀਂ। ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸਰਦਾਰ ਚਰਨਜੀਵ ਸਿੰਘ, ਸਾਬਕਾ ਮੁੱਖ ਸਕੱਤਰ ਕਰਨਾਟਕਾ। ਇੱਕ ਵੱਡਾ ਨਾਂ, ਇੱਕ ਵੱਡੀ ਸਟੇਟ, ਇੱਕ ਵੱਡਾ ਅਹੁਦਾ, ਲੇਕਿਨ ਉਸ ਤੋਂ ਪਹਿਲਾਂ ਕੁਝ ਘਟਨਾਵਾਂ ਜਿਹੜੀਆਂ ਮੇਰੇ ਸਾਹਮਣੇ ਆਉਂਦੀਆਂ ਨੇ। ਸਭ ਤੋਂ ਪਹਿਲਾਂ ਮੈਨੂੰ ਸਰਦਾਰ ਚਰਨ ਸਿੰਘ ਜਿਹੜੇ ਅੱਜ ਕੱਲ੍ਹ ਪੰਜਾਬ ਐਂਡ ਸਿੰਧ ਬੈਂਕ ਦੇ ਮੌਜੂਦਾ ਚੇਅਰਮੈਨ ਹੈ, ਜਦੋਂ ਮੈਨੂੰ ਉਹ ਲਫ਼ਜ਼ ਦੋ ਵਰਤਦੇ ਆ ਕਿ ਜੇਕਰ ਤੁਸੀਂ ਕਿਸੇ ਨੂੰ ਜਾਣਨਾ, ਕਿਸੇ ਨਾਲ ਗੱਲਬਾਤ ਕਰਨੀ ਤੇ ਮੇਰੇ ਤੋਂ ਬਿਹਤਰ, ਮੇਰੇ ਤੋਂ ਜ਼ਿਆਦਾ ਸਮਝ ਵਾਲੇ ਸਰਦਾਰ ਚਰਨਜੀਵ ਸਿੰਘ ਆ। ਮੈਂ ਸਵਾਗਤ ਕਰਦਾ ਹਾਂ ਸਰਦਾਰ ਚਰਨਜੀਵ ਸਿੰਘ ਜੀ ਦਾ। ਸਵਾਗਤ ਹੈ ਜੀ। ਰੰਧਾਵਾ ਸਾਹਿਬ ਧੰਨਵਾਦ ਤੇ ਦਰਸ਼ਕਾਂ ਨੂੰ ਮੇਰਾ ਸਤਿਕਾਰ ਤੇ ਸਤਿ ਸ੍ਰੀ ਅਕਾਲ। ਸਰਦਾਰ ਸਾਹਿਬ ਮੇਰੇ ਕੋਲ ਇੱਕ ਹੋਰ ਤੁਹਾਡੇ ਬਾਰੇ ਜਾਣਕਾਰੀ ਜੀ, ਔਰ ਉਹ ਵੀ ਇੱਕ ਬਹੁਤ ਵੱਡੇ ਇਨਸਾਨ ਨੇ ਦਿੱਤੀ ਹੈ ਜਿਹੜੇ ਕੇਂਦਰ ਦੇ ਵਿੱਚ ਵਜ਼ੀਰ ਰਹੇ ਆ। ਉਹਨਾਂ ਨੇ ਮੈਨੂੰ ਇਹ ਦੱਸਿਆ ਕਿ ਜਦੋਂ 1984 ਦਾ ਬੜਾ ਦਰਦ ਵਾਲਾ ਦੌਰ ਸੀ, ਸਿੱਖਾਂ ਦੇ ਹਿਰਦੇ ਬਲੁੰਦਰੇ ਹੋਏ ਸੀ, ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ, ਦੁਨੀਆ ਭਰ 'ਚ ਬੈਠੇ ਸਿੱਖ ਬਹੁਤ ਪਰੇਸ਼ਾਨੀ ਦੇ ਆਲਮ 'ਚ ਸੀਗੇ, ਤੁਸੀਂ ਕਰਨਾਟਕ 'ਚ ਸੀਗੇ ਔਰ ਤੁਸੀਂ ਉੱਥੇ ਬਹੁਤ ਜ਼ਬਰਦਸਤ ਰਿਐਕਟ ਕੀਤਾ। ਉਹ ਹਾਲਾਤ ਕੀ ਸੀਗੇ? ਰੰਧਾਵਾ ਸਾਹਿਬ ਤੁਸੀਂ ਆਪ ਹੀ ਦੱਸ ਦਿੱਤਾ ਵੀ ਸ਼ਾਇਦ ਸਾਡੇ ਲਈ, ਸਿੱਖਾਂ ਲਈ ਸਭ ਤੋਂ ਦਰਦ ਭਰਿਆ ਦੌਰ ਸੀ ਤੇ ਇਹ ਜਿਸ ਵੇਲੇ ਸਾਕਾ ਹੋਇਆ ਤੇ ਸਾਰਿਆਂ ਦੇ ਹਿਰਦੇ ਵਿਲੁੰਦਰੇ ਗਏ ਸੀ ਜੀ। ਪਰ ਟੀਵੀ ਤੇ ਉਦੋਂ ਖਬਰ ਆ ਰਹੀ ਸੀ ਕਿ ਪੰਜਾਬ ਤੋਂ ਬਾਹਰ ਸਿੱਖਾਂ ਨੇ ਇਸ ਦਾ ਸਵਾਗਤ ਕੀਤਾ ਜੀ। ਇਹ ਤਾਂ ਇਸ ਤੋਂ ਵੱਡਾ ਝੂਠ ਔਰ ਇਸ ਤੋਂ ਵੱਡੀ ਜ਼ਿਆਦਤੀ ਹੋਰ ਕੀ ਹੋ ਸਕਦੀ ਸੀ ਵੀ ਤੁਸੀਂ ਦੂਰਦਰਸ਼ਨ ਤੇ ਆਖੋ ਸਿੱਖਾਂ ਨੇ ਪੰਜਾਬ ਤੋਂ ਬਾਹਰ ਇਸ ਦਾ ਸਵਾਗਤ ਕੀਤਾ। ਸੋ ਮੈਂ ਇੱਥੇ ਫਿਰ ਸਿੱਖਾਂ ਨਾਲ ਗੱਲ ਕੀਤੀ ਤੇ ਇਹ ਇੱਕ ਫੈਸਲਾ ਹੋਇਆ ਵੀ ਪ੍ਰੋਟੈਸਟ ਅਸੀਂ ਇੱਥੇ ਕਰਾਂਗੇ ਤੇ ਇੱਕ ਇਸ ਦੇ ਬਾਰੇ ਪੱਤਰ ਪ੍ਰੈਜ਼ੀਡੈਂਟ ਨੂੰ ਭੇਜਾਂਗੇ, ਰਾਸ਼ਟਰਪਤੀ ਨੂੰ ਭੇਜਾਂਗੇ। ਸੋ ਉਹ ਹੋਇਆ ਤੇ ਰਾਜ ਭਵਨ ਤੱਕ ਅਸੀਂ ਗਏ, ਗੁਰਦੁਆਰੇ ਤੋਂ ਲੈ ਕੇ ਪ੍ਰੋਸੈਸ਼ਨ ਸਾਰੇ ਜਿੰਨੇ ਸਿੱਖ ਇੱਥੇ ਬੈਂਗਲੋਰ ਦੇ ਸੀ ਉਹ ਜੁੜੇ। ਸੋ ਰਾਜ ਭਵਨ ਤੇ ਖੈਰ ਅਸੀਂ 5 ਲੋਕ ਗਏ, ਗਵਰਨਰ ਨੂੰ ਦੇ ਦਿੱਤਾ, ਅੱਗੇ ਪ੍ਰੈਜ਼ੀਡੈਂਟ ਨੂੰ ਵੀ ਭੇਜ ਦਿੱਤਾ ਤੇ ਉੱਥੇ ਕੇਸੀ ਸਿੰਘ ਹੋਣੀ ਸੀਗੇ, ਉਹਨਾਂ ਨੇ ਸੰਭਾਲ ਲਿਆ ਇਸ ਨੂੰ ਜੀ। ਸੋ ਅਗਲੇ ਦਿਨ ਸਾਰੀਆਂ ਅਖਬਾਰਾਂ ਦੇ ਪਹਿਲੇ ਸਫ਼ੇ ਤੇ ਖਬਰ ਆ ਗਈ, ਤਸਵੀਰਾਂ ਵੀ ਆ ਗਈਆਂ। ਸੋ ਨੈਚੁਰਲੀ ਉਹ ਵੱਡੀ ਖਬਰ ਤਾਂ ਸੀ, ਬਣ ਗਈ ਵੱਡੀ ਖਬਰ। ਜਿਸ ਵੇਲੇ ਹੈਗੜੇ ਸਾਹਿਬ ਕੋਲੇ ਖਬਰ ਪਹੁੰਚੀ, ਉਹ ਤੇ ਚੀਫ ਸੈਕਟਰੀ ਉਦੋਂ ਸਾਡੇ ਸਤੀਸ਼ ਚੰਦਰਨ ਸਾਹਿਬ ਸੀ, ਹੈਗੜੇ ਸਾਹਿਬ ਦੇ ਪ੍ਰਿੰਸੀਪਲ ਸੈਕਟਰੀ ਬਾਲ ਸੁਬਰਾਮਨੀਅਨ ਜੀ ਸੀਗੇ। ਉਹਨਾਂ ਨੇ ਜਿਸ ਵੇਲੇ ਗੱਲ ਕੀਤੀ ਤਾਂ ਸੀਐਮ ਨੇ ਆਖਿਆ ਦਿਸ ਇਜ਼ ਇਮੋਸ਼ਨਲ ਰਿਐਕਸ਼ਨ, ਜਸਟ ਫੋਰਗੇਟ ਅਬਾਊਟ ਇਟ। ਪਰ ਅਗਲੇ ਦਿਨ ਚੀਫ ਸੈਕਟਰੀ ਨੂੰ ਹੋਮ ਮਿਨਿਸਟਰ ਨੇ ਉੱਥੋਂ ਦਿੱਲੀ ਤੋਂ ਤਲਬ ਕਰ ਲਿਆ, ਉਹਨਾਂ ਨੂੰ ਬੁਲਾ ਲਿਆ ਉੱਥੇ। ਅੱਛਾ। ਉੱਥੇ ਬੁਲਾਇਆ, ਉਹਨਾਂ ਨੇ ਆਖਿਆ ਵੀ ਤੁਸੀਂ ਐਕਸ਼ਨ ਕਿਉਂ ਨਹੀਂ ਲਿਆ ਹਾਲੇ ਤੱਕ, ਯੂ ਸ਼ੁਡ ਹੈਵ ਬੀਨ ਜੇਲਡ। ਤੇ ਚੀਫ ਸੈਕਟਰੀ ਸਤੀਸ਼ ਚੰਦਰ ਸਾਹਿਬ ਉਹ ਹੁਣ ਸਵਰਗਵਾਸ ਹੋ ਗਏ, ਮੇਰਾ ਖਿਆਲ ਹਿੰਦੁਸਤਾਨ ਦੇ ਸਭ ਤੋਂ ਬਿਹਤਰੀਨ ਅਫਸਰਾਂ ਚੋਂ ਇੱਕ ਸੀਗੇ। ਉਹਨਾਂ ਨੇ ਆਖਿਆ ਕਿ ਚੀਫ ਮਿਨਿਸਟਰ ਨੇ ਤਾਂ ਇਹ ਆਖਿਆ ਕਿ ਕੋਈ ਸਾਨੂੰ ਜ਼ਰੂਰਤ ਲੱਗੀ ਨਹੀਂ ਕਿ ਕੋਈ ਐਕਸ਼ਨ ਲਿਆ ਜਾਏ, ਨੋ ਯੂ ਹੈਵ ਟੂ ਟੇਕ ਐਕਸ਼ਨ। ਤੋਂ ਵਾਪਸ ਆਏ, ਉਹਨਾਂ ਨੇ ਸੀਐਮ ਨਾਲ ਗੱਲ ਕੀਤੀ, ਉਹਨਾਂ ਨੇ ਫੈਸਲਾ ਇਹ ਕੀਤਾ ਕਿ
ਇਸ ਤੋਂ ਪਹਿਲਾਂ ਕਿ ਸੈਂਟਰ ਕੋਈ ਐਕਸ਼ਨ ਲਵੇ ਜੀ ਅਸੀਂ ਇਨਕੁਆਇਰੀ ਸ਼ੁਰੂ ਕਰ ਦਿੰਦੇ ਹਾਂ। तो फॉर्मल इंक्वायरी शुरू हो गई। अशोक नारायण साहब उन्होंने इंक्वायरी ऑफिसर बना दिता जी। ਤੇ ਉਹਨਾਂ ਦਾ ਇਹ ਸੀਗਾ ਕਿ ਜਿੰਨਾ ਟਾਈਮ ਇਨਕੁਆਇਰੀ 'ਚ ਜ਼ਿਆਦਾ ਲਾ ਦਿਓ ਉਨਾ ਹੀ ਲੱਗ ਜਾਏ। ਅੱਛਾ। ਉਹਦੇ ਚਾਰजेस ਸੀਗੇ, ਇੱਕ ਤਾਂ ਇਹ ਸੀਗਾ ਕਿ ਕ੍ਰਿਟਿਸਾਈਜ਼ਿੰਗ ਦੀ ਗਵਰਨਮੈਂਟ ਇਨ ਪਬਲਿਕ, ਔਰ ਦੂਜਾ ਇਹ ਕਿ ਕੰਡਕਟ ਰੂਲ ਦੀ ਖਿਲਾਫ ਵਰਜ਼ੀ। ये दो चार्जेस लगे तो इंक्वायरी चलती रही है इस ते अखीर ते मतलब जे कोई होर सरकार हुंदी ते पता नहीं की होना सीगा, पर वो फिर वार्निंग दे के केस खत्म हो गया। अच्छा, ये ਤੁਹਾਨੂੰ जेल यात्रा पर ये होया हाँ कि सारे मुल्क दे विच ये खबर फैल गई सी। हाँ बिल्कुल बिल्कुल। और ये ਜਿਹੜਾ ਉਹ ਕਹਿ ਰਹੇ ਸੀਗੇ ਕਿ ਪੰਜਾਬ ਤੋਂ ਬਾਹਰ ਸਿੱਖਾਂ ਨੇ ਵੈਲਕਮ ਕੀਤਾ, ਉਹ ਉਸ ਤੋਂ ਬਾਅਦ ਕਿਸੇ ਨੇ ਨਹੀਂ ਆਖਿਆ। ਵਾਹ ਕਮਾਲ ਹੈ। ਮੁਸ਼ਕਲ ਦੌਰ ਦੇ ਵਿੱਚ ਤੁਸੀਂ ਸਿੱਖਾਂ ਲਈ ਇੱਕ ਬਾਹਰੋਂ ਢਾਰਸ ਬਣੇ। ਜਦੋਂ ਸਾਡੇ ਤੇ ਇਹ ਇਲਜ਼ਾਮ ਸੀਗਾ ਇਸ ਤਰ੍ਹਾਂ ਦਾ, ਔਰ ਉਦੋਂ ਸਰਕਾਰੀ ਤੌਰ ਤੇ ਵੀ ਕਈ ਯਤਨ ਹੋਏ, ਦੁਬਾਰਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬਣਾਉਣ ਦਾ ਯਤਨ ਕੀਤਾ ਗਿਆ, ਲੇਕਿਨ ਕਈ ਵਾਰੀ ਇਹ ਗੱਲਾਂ ਦੱਬੀਆਂ ਰਹਿ ਜਾਂਦੀਆਂ। ਸਾਡੇ ਸਿੱਖ ਬਹੁਤ ਪ੍ਰਾਪਤੀਆਂ ਕਰਦੇ ਆ, ਲੇਕਿਨ ਕਈ ਵਾਰੀ ਅਸੀਂ ਆਪਣਿਆਂ ਨੂੰ ਹੀ ਰੈਕੋਗਨਾਈਜ਼ ਨਹੀਂ ਕਰ ਪਾਉਂਦੇ। ਤੁਸੀਂ ਬਹੁਤੀ ਦੂਰ ਤਾਂ ਬੈਠੇ ਨਹੀਂ ਸੀ, ਤੁਸੀਂ ਕਰਨਾਟਕ ਦੇ ਵਿੱਚ ਸੀਗੇ, ਤੁਸੀਂ ਬਹੁਤ ਯਤਨ ਕਰ ਰਹੇ ਸੀ ਆਪਣੇ ਤੌਰ ਤੇ, ਔਰ ਸਭ ਤੋਂ ਵੱਡੀ ਗੱਲ ਕਿ ਤੁਸੀਂ ਸਾਬਤ ਸਰੂਪ ਸੀ। ਸਾਡੇ ਵਰਗੇ ਲੋਕ ਜਿਹੜੇ ਅਜੇ ਤੱਕ ਇਸ ਸਫ਼ਰ ਤੇ ਨਹੀਂ ਨਿਕਲ ਸਕੇ, ਸਾਡੀਆਂ ਲਿਮਿਟੇਸ਼ਨਸ ਨੇ, ਅਸੀਂ 100 ਬਹਾਨੇ ਬਣਾ ਲੈਂਦੇ ਆ, ਲੇਕਿਨ ਤੁਸੀਂ ਸਾਬਤ ਸਰੂਪ ਸੀ। ਔਰ ਮੈਨੂੰ ਹੋਰ ਜਾਣ ਕੇ ਦਿਲਚਸਪੀ ਹੋਰ ਮੇਰੀ ਵੱਧ ਗਈ ਕਿ ਤੁਸੀਂ ਬਤੌਰ ਚੀਫ ਸੈਕਟਰੀ ਕਰਨਾਟਕ ਦੇ ਇਸੇ ਹੀ ਸਰੂਪ ਦੇ ਵਿੱਚ ਇੱਕ ਕਰੈਕਸ਼ਨ ਰੰਧਾਵਾ ਸਾਹਿਬ, ਚੀਫ ਸੈਕਟਰੀ ਨਹੀਂ, ਐਡੀਸ਼ਨਲ ਚੀਫ ਸੈਕਟਰੀ। ਪਰ ਮੇਰੇ ਕੋਲ ਤਾਂ ਇਹ ਖਬਰ ਹੈ ਕਿ ਤੁਹਾਡੇ ਕੋਲ ਐਡੀਸ਼ਨਲ ਚੀਫ ਸੈਕਟਰੀ ਹੁੰਦਿਆਂ ਅੱਧੀ ਸਟੇਟ ਸੀਗੀ ਜੀ। ਇਹ ਦੋ ਹਿੱਸਿਆਂ 'ਚ ਵੰਡ ਕੇ ਸ਼ਾਇਦ ਇਸ ਤਰ੍ਹਾਂ ਦੀ ਵੀ ਮੇਰੇ ਕੋਲ ਇਨਫੋਰਮੇਸ਼ਨ ਆਈ ਸੀਗੀ ਕਿ ਤੁਸੀਂ ਬਤੌਰ ਚੀਫ ਸੈਕਟਰੀ ਹੀ ਕੰਮ ਕਰਦੇ ਰਹੇ, ਤੁਹਾਡੇ ਕੋਲ ਇੰਡੀਪੈਂਡੈਂਟ ਉਹ ਚਾਰਜ ਸੀਗੇ ਜੀ। ਸੋ ਮੈਂ ਡਿਵੈਲਪਮੈਂਟ ਕਮਿਸ਼ਨਰ ਦਾ ਸੀਗਾ, ਪਰ ਖੈਰ ਉਹ ਤਾਂ ਆਈਏਐਸ ਦੀਆਂ ਪੋਸਟਾਂ ਦੀ ਗੱਲ ਹੁੰਦੀ ਹੈ, ਉਹਦੇ ਪਿੱਛੇ ਕੀ ਜਾਣਾ। ਸਾਰੇ ਆਈਏਐਸ ਅਫਸਰਾਂ ਦਾ ਇੱਕ ਕੈਰੀਅਰ ਗ੍ਰਾਫ ਉਦਾਂ ਹੀ ਹੁੰਦਾ ਹੈ। ਉਹ ਛੱਡੋ, ਮਤਲਬ ਇਹ ਸੀਗੇ ਕਿ ਜਿਸ ਵੇਲੇ ਇਹ 84 ਦੀ ਘਟਨਾ ਹੋਈ ਹੈ, ਉਸ ਵੇਲੇ ਮੈਂ ਮਾਈਨਸ ਜਿਓਲੋਜੀ ਤੇ ਗਰਾਊਂਡ ਵਾਟਰ ਮਹਿਕਮੇ ਦਾ ਮੁਖੀ ਸੀਗਾ। ਅੱਛਾ। ਔਰ ਕਰਨਾਟਕਾ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਮਾਈਨਸ ਤੇ ਗਰਾਊਂਡ ਵਾਟਰ ਤੇ ਇਹ ਬਹੁਤ ਅਹਿਮ ਇਲਾਕਾ ਹੈ, ਮਤਲਬ ਮਹਿਕਮਾ ਹੈ। ਸੋ ਮਤਲਬ ਇਹ ਕੁਝ ਇਸ ਨੂੰ ਪ੍ਰਾਪਤੀ ਤੇ ਕਹਿਣਾ, ਮੇਰਾ ਖਿਆਲ ਪ੍ਰਾਪਤੀ ਵਾਲੀ ਕਿਹੜੀ ਗੱਲ ਹੈ। ਕੋਈ ਇਹ ਤਾਂ ਇੱਕ ਫਰਜ਼ ਸੀਗਾ, ਉਸ ਵੇਲੇ ਫਰਜ਼ ਨਿਭਾਇਆ। ਅੱਛਾ ਸਰਦਾਰ ਸਾਹਿਬ, ਮੈਨੂੰ ਇਹ ਦੱਸੋ ਕਿ ਕਰਨਾਟਕ ਦੇ ਵਿੱਚ ਜਿਹੜੀ ਤੁਸੀਂ ਮਾਈਨਸ ਦੀ ਗੱਲ ਕਰਦੇ ਹੋ, ਉੱਥੇ ਦਾ ਬੜਾ ਸ਼ੋਰ ਸ਼ਰਾਬਾ ਰਿਹਾ ਤੇ ਦਸਤਾਰ ਵੀ ਤੇ ਇਹ ਸਰੂਪ ਵੀ ਬਚਾ ਕੇ ਰੱਖਣਾ ਔਖਾ ਬੜਾ ਸੀ। ਮੈਨੂੰ ਪਤਾ ਉੱਥੇ ਕੁਝ ਝਮੇਲੇ ਵੀ ਖੜੇ ਹੋਏ ਜਦੋਂ ਸੁਸ਼ਮਾ ਸਵਰਾਜ ਜੀ ਮੰਤਰੀ ਸੀਗੇ ਕੇਂਦਰ ਦੇ ਵਿੱਚ, ਉੱਥੋਂ ਦੀਆਂ ਸਰਕਾਰਾਂ ਦੇ ਵੀ ਚੱਕਰ ਚੱਲਦੇ ਰਹੇ, ਲੇਕਿਨ ਉਹ ਸਾਰੇ ਘਟਨਾਕ੍ਰਮ ਦੇ ਵਿੱਚ ਬਤੌਰ ਸਿੱਖ ਪਛਾਣ ਦੇ ਨਾਲ ਆਪਣੀ ਇਮਾਨਦਾਰੀ ਨਾਲ ਵਿਚਰਨਾ ਤੇ ਅਹਿਮ ਮਹਿਕਮਿਆਂ ਤੇ ਰਹਿਣਾ ਆਸਾਨ ਰਿਹਾ, ਮੁਸ਼ਕਿਲ ਰਿਹਾ, ਜਾਂ ਕਿਧਰੇ ਕੋਈ ਸਮਝੌਤਾ ਵੀ ਕਰਨਾ ਪਿਆ? ਸਮਝੌਤਾ ਕਿਸ ਤਰ੍ਹਾਂ ਕਰਨਾ ਸੀ? ਮੈਂ ਜੋ ਹਾਂ ਸੋ ਹਾਂ, ਉਹਦੇ ਚ ਸਮਝੌਤੇ ਦੀ ਕਿਹੜੀ ਗੱਲ ਹੈ। ਸੋ ਇੱਥੇ ਤਾਂ ਲੋਕ ਮੈਨੂੰ ਪੁੱਛਦੇ ਸੀਗੇ, ਜੇ ਕਿਸੇ ਨੇ, ਵੈਸੇ ਜਦੋਂ ਮੈਂ ਆਇਆ ਪਹਿਲੀਆਂ ਕੁਝ ਪੋਸਟਾਂ ਜਿਹੜੀਆਂ ਹੁੰਦੀਆਂ ਨੇ ਉਹ ਤੁਹਾਡੀਆਂ ਸਬ ਡਿਵੀਜ਼ਨ, ਡਿਸਟ੍ਰਿਕਟ, ਉਹਨਾਂ ਥਾਵਾਂ ਤੇ ਪਿੰਡਾਂ ਦੇ ਵਿੱਚ ਤੁਸੀਂ ਜਾਓ ਤਾਂ ਕਈ ਲੋਕਾਂ ਨੇ ਤਾਂ ਸਿੱਖ ਵੇਖਿਆ ਹੀ ਪਹਿਲੀ ਵਾਰੀ ਸੀਗਾ। ਅੱਛਾ। ਤੇ ਉਹਨਾਂ ਨੇ ਮੈਨੂੰ ਹੀ ਦੇਖਿਆ, ਉਹਨਾਂ ਨੇ ਸੋਚਿਆ ਸਿੱਖ ਇਵੇਂ ਹੀ ਹੁੰਦੇ ਆ ਜੀ। ਤਸਵੀਰਾਂ ਦੇ ਵਿੱਚ ਜਾਂ ਬੈਂਗਲੋਰ ਦੇ ਵਿੱਚ ਉਹਨਾਂ ਨੇ ਦੇਖਿਆ ਕਈਆਂ ਨੇ ਦਾੜੀ ਬੰਨੀ ਹੁੰਦੀ ਹੈ, ਤਾਂ ਮੈਨੂੰ ਪੁੱਛਣ ਵੀ ਇਹ ਬੰਨਦੇ ਕਿਉਂ ਨੇ। ਮੈਂ ਉਹਨਾਂ ਨੂੰ ਕੀ ਕਹਿਣਾ, ਮੈਂ ਕਹਿੰਦਾ ਜੀ ਮਨ ਦੀ ਮਰਜ਼ੀ ਹੈ, ਉਹ ਬੰਨ ਲੈਂਦੇ ਨੇ, ਮੈਂ ਨਹੀਂ ਬੰਨਦੀ ਜੀ। ਸੋ ਇਹ ਹੈ ਕਿ ਸਗੋਂ ਇੱਥੇ ਤਾਂ ਲੋਕ ਸਮਝਦੇ ਸੀਗੇ ਕਿ ਇਹੋ ਹੀ ਸਿੱਖ ਦੀ ਪਛਾਣ ਹੈ। ਪੰਜਾਬ 'ਚ ਜਦੋਂ ਮੈਂ ਆਉਣਾ ਤਾਂ ਪੰਜਾਬ ਦੇ ਵਿੱਚ ਲੋਕਾਂ ਨੇ ਕਹਿਣਾ ਤੁਸੀਂ ਕਿਹੜੇ ਗੁਰਦੁਆਰੇ ਚੋਂ ਜੀ, ਜਾਂ ਤੁਸੀਂ ਕਿਹੜੇ ਪੱਤਰ ਦੇ ਨਾਲ, ਸਮਝਦੇ ਸੀ ਕਿ ਪੱਤਰਕਾਰ ਹੈ
ਜਾਂ ਗੁਰਦੁਆਰੇ ਦਾ ਭਾਈ ਹੈ। ਸੋ ਇੱਥੇ ਪ੍ਰੋਬਲਮ ਨਹੀਂ ਹੋਈ, ਕਿਉਂਕਿ ਪੰਜਾਬ ਦੇ ਵਿੱਚ ਲੋਕ ਪੁੱਛਦੇ ਸੀ। ਅੱਛਾ ਸਰਦਾਰ ਸਾਹਿਬ, ਅਸੀਂ ਬੜੇ ਅਭਾਗੇ ਹਾਂ ਕਿ ਅਸੀਂ ਤੁਹਾਡੇ ਵਰਗੇ ਜਿਹੜੇ ਸਾਡੇ ਇਨਸਾਨ ਬਿਹਤਰੀਨ ਜਗ੍ਹਾ ਤੇ ਖੜੇ, ਬਿਹਤਰੀਨ ਪ੍ਰਾਪਤੀਆਂ ਨਾਲ ਕੋਈ ਸਮਝੌਤਾ ਨਹੀਂ ਕੀਤਾ, ਸਟ੍ਰੇਟ ਫਾਰਵਰਡ। ਮੈਨੂੰ ਅੱਜ ਵੀ ਖੁਸ਼ੀ ਹੈ, ਚਲੋ ਇਹ ਤੁਹਾਡਾ ਬਹੁਤ ਨਿੱਜ ਹੈ ਕਿ ਤੁਸੀਂ ਬਹੁਤ ਸਮਾਂ ਆਪਣੀ ਦਿਨਚਰਿਆ ਜਿਹੜੀ ਉਹ ਪਾਠ ਕਰਕੇ ਗੁਰਬਾਣੀ ਵਿਚਾਰ ਦੇ ਵਿੱਚ ਲੰਘਾਉਂਦੇ ਹੋ। ਔਰ ਦੂਜੀ ਗੱਲ ਜਿਹੜੀ ਮੈਨੂੰ ਸਭ ਤੋਂ ਖੁਸ਼ੀ ਦੇ ਰਹੀ ਸੀ ਕਿ ਤੁਹਾਡੇ ਕੋਲ ਸੈੱਲਫੋਨ ਵੀ ਨਹੀਂ ਤੁਸੀਂ ਰੱਖਿਆ, ਤੁਸੀਂ ਲੈਂਡਲਾਈਨ ਤੋਂ ਗੱਲ ਕਰਦੇ ਹੋ। ਔਰ ਤੁਸੀਂ ਫੋਨ ਵੀ ਰੱਖਣਾ ਠੀਕ ਨਹੀਂ ਸਮਝਦੇ, ਕਿਉਂਕਿ ਤੁਸੀਂ ਸਮਝਦੇ ਹੋ ਕਿ ਇਹ ਚੀਜ਼ਾਂ ਜਿਹੜੀਆਂ ਦੁਨਿਆਵੀ ਆ। ਇਹ ਇੱਕ ਦੁਨਿਆਵੀ ਤੋਂ ਇਲਾਵਾ ਇੱਕ ਹੋਰ ਚੀਜ਼ ਹੈ ਜੀ, ਮੈਂ ਇੰਨੀਆਂ ਸਮਾਜ ਸੇਵੀ ਸੰਸਥਾਵਾਂ ਨੇ, ਲੋਕਾਂ ਨੇ ਛੱਡਿਆ ਨਹੀਂ। ਹੁਣ ਇਹ ਹਾਲ ਹੈਗੀ ਵੀ ਜਿਵੇਂ ਉਹ ਕਹਿੰਦੇ ਨੇ ਜੀ ਮੈਂ ਤਾਂ ਕੰਬਲ ਨੂੰ ਛੱਡਦਾ, ਕੰਬਲ ਨਹੀਂ ਮੈਨੂੰ ਛੱਡ ਰਿਹਾ। ਇਨਫੈਕਟ ਰਿਟਾਇਰ ਹੋਣ ਤੋਂ ਬਾਅਦ ਇੰਨਾ ਕੰਮ ਵੱਧ ਗਿਆ ਸੀ ਤੇ ਇੰਨੇ ਫੋਨ ਆਉਂਦੇ ਸੀਗੇ, ਤੇ ਵੈਸੇ ਵੀ ਇਹਨਾਂ ਚੀਜ਼ਾਂ ਦਾ ਮੈਨੂੰ ਸ਼ੌਕ ਹੈ ਨਹੀਂ। ਮੈਂ ਕਿਹਾ ਨਹੀਂ, ਕੋਈ ਇਹ ਫੋਨ ਕਾਫੀ ਹੈ, ਹੋਰ ਫੋਨ ਦੀ ਲੋੜ ਹੀ ਨਹੀਂ ਮੈਨੂੰ। ਤੇ ਇਨਫੈਕਟ ਮੈਨੂੰ ਤਾਂ ਲਾਕਡਾਊਨ ਕਰਕੇ ਪਹਿਲੀ ਵਾਰੀ ਆਰਾਮ ਮਿਲ ਰਿਹਾ ਹੈ। ਅੱਛਾ ਮੈਨੂੰ ਇਹ ਦੱਸੋ ਕਿ ਜਿਹੜੀ ਤੁਹਾਡੇ, ਕਿਉਂਕਿ ਮੈਂ ਹੁਣ ਇਸ ਤੋਂ ਅੱਗੇ ਜਾਣਾ ਹੈ ਪੰਜਾਬ ਤੇ ਕਰਨਾਟਕ ਦੇ ਕੰਪੈਰੀਜ਼ਨ ਦੇ ਵਿੱਚ, ਕਿਉਂਕਿ ਤੁਸੀਂ ਬਹੁਤ ਅਹਿਮ ਪੋਸਟਾਂ ਤੇ ਰਹੇ ਹੋ, ਤੁਹਾਡੇ ਕੋਲ ਬਹੁਤ ਅੱਛੀਆਂ ਜਿਨ੍ਹਾਂ ਨੂੰ ਕਹਿੰਦੇ ਅਸਾਈਨਮੈਂਟਸ, ਜਿਨ੍ਹਾਂ ਦੇ ਵਿੱਚ ਤੁਸੀਂ ਫੈਸਲੇ ਲੈਣੇ ਸੀ, ਤੁਸੀਂ ਭਾਈਵਾਲ ਰਹੇ ਹੋ। ਉੱਥੇ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਮਨ ਦੀ ਅਵਸਥਾ ਨੂੰ ਜਾਣਨਾ, ਕਿਉਂਕਿ ਮੈਨੂੰ ਸਾਰੇ ਹੀ ਅਫੀਸਰਸ ਨੇ ਜਿਨ੍ਹਾਂ ਨਾਲ ਮੇਰੀ ਗੱਲ ਹੋਈ, ਜਿਨ੍ਹਾਂ ਨੇ ਤੁਹਾਡੇ ਬਾਰੇ ਦੱਸਿਆ, ਕਿਉਂਕਿ ਮੈਂ ਤੁਹਾਨੂੰ ਜ਼ਿਆਦਾ ਨਹੀਂ ਜਾਣਦਾ। ਸੋ ਮੈਂ ਆਪਣੇ ਜਿਹੜੇ ਸੁਣਨ ਵਾਲੇ ਉਹਨਾਂ ਨਾਲ ਸਾਂਝ ਪਾਉਣਾ ਚਾਹੁੰਦਾ ਹਾਂ ਕਿ ਇੱਕ ਅਫਸਰ ਦਾ ਆਪਣੇ ਅੰਦਰ ਨਾਲ ਕਿਹੋ ਜਿਹਾ ਰਿਸ਼ਤਾ ਹੈ ਜਿਹੜਾ ਪੂਰਨ ਗੁਰਸਿੱਖ ਵੀ ਆ ਔਰ ਆਪਣੇ ਪਿਛੋਕੜ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ, ਗੁਰਬਾਣੀ ਨਾਲ ਜੁੜਿਆ, ਗੁਰਬਾਣੀ ਆਸ਼ੇ ਨਾਲ ਜੁੜਿਆ, ਸਿਧਾਂਤ ਅਨੁਸਾਰ ਚੱਲਦਾ। ਮਨ ਦੀ ਅਵਸਥਾ ਕੀ ਹੈ, ਇਹ ਕਿੱਦਾਂ ਇਹ ਪਹੁੰਚੇ ਆਉਂਦੀ ਹੈ? ਤੁਸੀਂ ਗੁਰਬਾਣੀ ਦੀ ਗੱਲ ਕਰ ਰਹੇ ਹੋ, ਮਨ ਦੀ ਅਵਸਥਾ ਦੀ ਗੱਲ ਕਰ ਰਹੇ ਹੋ। ਰੰਧਾਵਾ ਸਾਹਿਬ, ਉਹ ਤਾਂ ਫਿਰ ਇਹੀ ਹੈ ਜੀ, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼। ਵਾਹ, ਤੁਸੀਂ ਇੱਕ ਲਫ਼ਜ਼ ਇੱਕ ਹਵਾਲੇ ਨਾਲ ਗੱਲ ਖਤਮ ਕਰਤੀ ਹੈ। ਚਲੋ ਅੱਗੇ ਤੁਰਦੇ ਹਾਂ। ਮੈਨੂੰ ਇਹ ਦੱਸੋ ਕਿ ਸਾਡਾ ਪੰਜਾਬ ਬੜੀ ਮੁਸ਼ਕਿਲ 'ਚ ਹੈ ਜੀ। ਆਰਥਿਕ ਤੌਰ ਤੇ ਅਸੀਂ ਟੁੱਟੇ ਹਾਂ, ਸਮਾਜਿਕ ਤੌਰ ਤੇ ਵੀ ਸਾਡੀ ਅੱਛੇ ਹਾਲਾਤ ਨਹੀਂ। ਅਸੀਂ ਕਈ ਤਰ੍ਹਾਂ ਦੇ ਕ੍ਰਾਈਮ ਜਿਹੜੇ ਉਹਨਾਂ ਨਾਲ ਵਾਬਸਤਾ ਹੈ, ਨਸ਼ਾ ਹੋਵੇ ਜਾਂ ਅਦਰਵਾਈਜ਼ ਲੁੱਟ ਖੋਹਾਂ ਦੀ ਗੱਲ ਆ, ਤੇ ਸਾਡੇ ਬੱਚੇ ਬਾਹਰ ਤੁਰੇ ਜਾਂਦੇ ਆ। ਉਹ ਇਸ ਸਿਸਟਮ ਦੇ ਵਿੱਚ ਰਹਿਣਾ ਨਹੀਂ ਚਾਹੁੰਦੇ। ਉਹ ਕਹਿੰਦੇ ਜੀ ਅਸੀਂ ਬਾਹਰ ਜਾ ਕੇ ਸੈਟਲ ਹੋਵਾਂਗੇ, ਹਾਲਾਂਕਿ ਉੱਥੇ ਵੱਡੀ ਸਟਰਗਲ ਹੈ। ਦੂਜੇ ਬੰਨੇ ਤੁਸੀਂ ਜਿਸ ਸਟੇਟ 'ਚੋਂ ਆਉਂਦੇ ਹੋ ਜਾਂ ਜਿਹਨੂੰ ਸਰਵ ਕੀਤਾ ਹੈ, ਉਹਦੇ ਵਿੱਚ ਬੰਗਲੌਰ ਵਰਗਾ ਸ਼ਹਿਰ ਹੈ ਜਿੱਥੇ IT ਹੱਬ ਆ, ਉੱਥੇ ਵਿਦੇਸ਼ਾਂ ਤੋਂ ਲੋਕ ਕੰਮ ਕਰਨ ਲਈ ਆ ਰਹੇ ਆ। ਸੋ ਇਹ ਬਿਲਕੁਲ ਉਲਟ ਹੈ, ਵਿਪਰੀਤ ਆ ਪੰਜਾਬ ਔਰ ਉਹ। ਹਾਲਾਂਕਿ ਅਸੀਂ ਜ਼ਿਆਦਾ ਸਮਰੱਥ ਸੀਗੇ, ਅਸੀਂ ਪਹਿਲਾਂ ਉਹਨਾਂ ਨਾਲੋਂ ਵਿਕਾਸ ਕਰ ਆਏ ਸੀ, ਸਾਡੇ ਕੋਲ ਸਾਧਨ ਵੀ ਜ਼ਿਆਦਾ ਸੀ। ਲੇਕਿਨ ਤੁਸੀਂ ਇਹ ਸਭ ਕੁਝ ਕਿਵੇਂ ਅਚੀਵ ਕੀਤਾ ਬਤੌਰ ਕਰਨਾਟਕ ਸਟੇਟ, ਔਰ ਤੁਸੀਂ ਉਹਦੇ ਅਫਸਰ ਹੋਣ ਦੇ ਨਾਤੇ, ਤੇ ਪੰਜਾਬ ਇਹ ਕਿਉਂ ਨਹੀਂ ਕਰ ਸਕਿਆ ਤੇ ਪੰਜਾਬ ਕਰ ਵੀ ਸਕਦਾ ਕਿ ਨਹੀਂ? ਰੰਧਾਵਾ ਸਾਹਿਬ, ਜਦੋਂ ਮੈਂ ਇੱਥੇ ਆਇਆ, ਹੁਣ ਮੈਨੂੰ ਪੰਜਾਬ ਤੋਂ ਬਾਹਰ ਆਇਆ ਅੱਧੀ ਸਦੀ ਤੋਂ ਵੱਧ ਸਮਾਂ ਹੋ ਗਿਆ। 1966 ਦੇ ਵਿੱਚ ਮੈਂ ਪੰਜਾਬ ਤੋਂ ਨਿਕਲ ਗਿਆ ਸੀ। ਐਵੇਂ ਕਰਕੇ ਮੈਂ ਜਰਮਨੀ ਚਲਿਆ ਗਿਆ। ਪਹਿਲਾਂ ਲਿਬੀਆ, ਜਿੱਥੇ ਮੇਰੇ ਪਿਤਾ ਜੀ ਉਸ ਵੇਲੇ ਪੋਸਟਡ ਸੀਗੇ, ਉਹ FAO 'ਚ ਸੀਗੇ। ਉਸ ਤੋਂ ਬਾਅਦ ਮੈਂ ਜਰਮਨੀ ਚਲਿਆ ਗਿਆ PhD ਕਰਨ ਲਈ। ਪਰ ਵਿੱਚੋਂ ਮੇਰੇ ਅੰਮਾਂ ਦੀ ਖਾਹਿਸ਼ ਸੀ ਕਿ IAS ਦੀ ਤਿਆਰੀ ਮੈਂ ਕਰਾਂ। ਤਿਆਰੀ ਤਾਂ ਮੈਂ ਕੋਈ ਨਹੀਂ ਕੀਤੀ। ਉਹ IAS 'ਚ ਕਿਵੇਂ ਆਇਆ ਉਹ ਕਿਸੇ ਹੋਰ ਵੇਲੇ ਗੱਲ ਕਰਾਂਗੇ ਜੀ। ਤੇ ਉਹ ਖੈਰ ਮੈਂ IAS ਆ ਗਿਆ ਤਾਂ PhD ਦਾ ਕੰਮ ਤਾਂ ਵਿੱਚ ਹੀ ਰਹਿ ਗਿਆ। ਇੱਥੇ ਆ ਕੇ ਜੁਆਇਨ ਕਰ ਲਿਆ। ਮੈਂ ਇੱਥੇ ਜਦੋਂ ਆ ਕੇ, ਹੁਣ ਦੇਖੋ ਇੰਨੀ ਦੇਰ ਦਾ ਪੰਜਾਬ ਛੱਡਿਆ ਹੋਇਆ, ਤੇ ਇੱਥੇ ਜਦੋਂ ਮੈਂ ਆਇਆ ਪਹਿਲਾਂ ਤਾਂ ਮੈਨੂੰ ਐਂ ਜਾਪਿਆ ਵੀ ਜਿੱਦਾਂ ਇਹ ਸਾਡੇ ਤੋਂ 40 ਸਾਲ ਪਿੱਛੇ ਨੇ। ਅੱਛਾ। ਹੁਣ ਜਦੋਂ ਇੱਥੋਂ ਬੈਂਗਲੌਰ ਤੋਂ ਮੈਂ ਪੰਜਾਬ ਜਾਂਦਾ ਤਾਂ ਹੁਣ ਲੱਗਦਾ ਵੀ ਪੰਜਾਬ 50 ਸਾਲ ਪਿੱਛੇ ਰਹਿ ਗਿਆ। ਸੋ ਇਹ ਦੇਖੋ ਵੀ ਅੱਧੀ ਸਦੀ ਦੇ ਵਿੱਚ ਇੰਨਾ ਸਫ਼ਰ ਹੋਇਆ ਕਿ ਜਿਹੜੇ 40 ਸਾਲ ਪਿੱਛੇ ਸੀ ਉਹ ਸਾਡੇ ਤੋਂ 50 ਸਾਲ ਅੱਗੇ ਲੰਘ ਗਏ। ਪੰਜਾਬ ਵਾਲੇ ਅਜੇ ਵੀ ਜਦੋਂ ਕੇਰਲਾ ਜਾਂ ਕਰਨਾਟਕਾ ਜਾਂ ਤਮਿਲਨਾਡੂ ਆਉਂਦੇ ਆ ਤਾਂ ਇਸ ਚੀਜ਼ ਨੂੰ ਦੇਖ ਕੇ ਜੀ ਸਾਡੀਆਂ ਸੜਕਾਂ ਇਹਨਾਂ ਨਾਲੋਂ ਬਿਹਤਰ ਨੇ। ਸੜਕਾਂ ਦੇ ਵਿੱਚ ਟੋਏ ਜਾਂ ਸੜਕਾਂ ਬਿਹਤਰ ਹੋਣਾ ਇਹ ਕੋਈ ਇਕੱਲੀ ਤਰੱਕੀ ਦੀ ਨਿਸ਼ਾਨੀ ਨਹੀਂ ਹੈ। ਪੰਜਾਬ ਬਹੁਤ ਪਿੱਛੇ ਰਹਿ ਗਿਆ ਇਸ ਕਰਕੇ ਕਿਉਂਕਿ ਵਿਦਿਆ ਦੀ ਬੜੀ ਅਣਦੇਖੀ ਕੀਤੀ, ਬੜੀ ਅਣਗਹਿਲੀ ਕੀਤੀ ਜੀ।
ਤਾਲੀਮ ਵੱਲੋਂ ਜਿਹੜੇ ਹਵੇਸਲੇ ਰਹੇ ਨੇ ਜੀ, ਇਸ ਕਰਕੇ ਪਿੱਛੇ ਰਹਿ ਗਏ। ਮੈਂ 1974 ਦੇ ਵਿੱਚ ਮੇਰੇ ਕੋਲ ਉਦੋਂ ਮੈਂ ਚੀਫ ਮਿਨਿਸਟਰ ਨਾਲ ਸੀ, ਦੇਵਰਾਜ ਸਾਹਿਬ ਨਾਲ, ਤੇ ਲੋਕ ਪੰਜਾਬ ਤੋਂ ਆਇਆ ਕਰਨ ਬੱਚਿਆਂ ਨੂੰ ਦਾਖਲਾ ਦਿਵਾਉਣ ਲਈ, ਜਿਹੜੇ ਜਾਣਦੇ ਸੀਗੇ ਜਾਂ ਕਿਸੇ ਦੀ ਸਿਫਾਰਿਸ਼ ਦੇ ਨਾਲ ਆ ਕੇ ਮਿਲਣ ਜੀ ਬੱਚੇ ਦਾ ਕਰਵਾ ਦਿਓ। ਤੇ ਮੈਂ ਉਦੋਂ ਅੰਦਾਜ਼ਾ ਲਾਇਆ ਵੀ ਕਿੰਨੇ ਕਰੋੜ ਰੁਪਈਆ ਕੈਪੀਟੇਸ਼ਨ ਫੀਸ ਦੇ ਤੌਰ ਤੇ ਪੰਜਾਬ ਤੋਂ ਕਰਨਾਟਕਾ ਚ ਆ ਰਿਹਾ ਸੀ। ਯਾਨੀ ਕਰਨਾਟਕਾ ਨੇ ਇੰਨੇ ਸਾਲ ਪਹਿਲਾਂ ਜੀ ਇੰਨੇ ਇੰਜੀਨੀਅਰਿੰਗ ਕਾਲਜ ਖੜੇ ਕਰ ਦਿੱਤੇ ਸੀ ਤੇ ਮੈਡੀਕਲ ਕਾਲਜ ਖੜੇ ਕਰ ਦਿੱਤੇ ਸੀਗੇ ਕਿ ਸਾਰੇ ਮੁਲਕ ਤੋਂ ਇੱਥੇ ਆਉਣੇ ਸ਼ੁਰੂ ਹੋ ਗਏ ਲੋਕ। ਫਿਰ ਹੁਣ ਤਾਂ ਪੰਜਾਬ ਦੇ ਵਿੱਚ ਵੀ ਕਾਫੀ ਕਾਲਜ ਖੁੱਲ ਗਏ, ਪਰ ਗੱਲ ਮਿਆਰ ਦੀ ਵੀ ਹੈਗੀ, ਮਿਆਰ ਦੀ ਹੈ ਜੀ। ਹੁਣ ਜਿਹੜੇ ਇੱਥੋਂ ਦੇ ਪ੍ਰਾਈਵੇਟ ਕਈ ਕਾਲਜ ਵੀ ਨੇ, ਉਹਨਾਂ ਦਾ ਮਿਆਰ ਇੰਨਾ ਹੈ ਕਿ ਉਹਨਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਵੀ ਗਿਣਿਆ ਜਾਂਦਾ ਹੈ ਜੀ। ਸੋ ਇਸ ਤਾਲੀਮ ਵਿਦਿਆ ਇਹਦੀ ਜਿਹੜੀ ਅਣਦੇਖੀ ਹੋਈ ਹੈ ਪੰਜਾਬ ਦੇ ਵਿੱਚ, ਉਸ ਕਰਕੇ ਪੰਜਾਬ ਪਿੱਛੇ ਰਹਿ ਗਿਆ। ਇੱਕ ਚੀਜ਼ ਮੈਂ ਇੱਥੇ ਤੁਹਾਨੂੰ ਦੱਸਣੀ ਚਾਹੁੰਦਾ ਕਿ 1880 ਦੇ ਵਿੱਚ W.G. ਲਾਈਟਨਰ ਅੰਗਰੇਜ਼ ਜਿਹੜਾ ਪੰਜਾਬ ਦੇ ਵਿੱਚ ਸੀ ਅਨਵੰਡੇ ਪੰਜਾਬ ਚ, ਤੇ ਉਹ ਪੰਜਾਬ ਯੂਨੀਵਰਸਿਟੀ ਓਰੀਐਂਟਲ ਕਾਲਜ ਤੇ ਗਵਰਨਮੈਂਟ ਕਾਲਜ ਲਾਹੌਰ ਦਾ ਬਾਣੀ ਸੀ ਜੀ। ਲਾਈਟਨਰ ਨੇ ਇੱਕ ਕਿਤਾਬ ਲਿਖੀ ਜਿਹੜੀ ਮੈਂ ਚਾਹੁੰਦਾ ਕਿ ਕੋਈ ਪੰਜਾਬ ਦੀ ਸੰਸਥਾ, ਭਾਵੇਂ ਕੋਈ ਯੂਨੀਵਰਸਿਟੀ ਹੋਵੇ ਜਾਂ ਕੋਈ ਵੀ ਸੰਸਥਾ, ਉਹਦੀ ਕਾਪੀ ਤਾਂ ਲੰਡਨ ਤੋਂ ਮਿਲ ਜਾਏਗੀ ਲਾਇਬ੍ਰੇਰੀ ਤੋਂ। ਉਹ ਕਿਤਾਬ ਸੀਗੀ ਹਿਸਟਰੀ ਆਫ ਇੰਡੀਜੀਨਸ ਐਜੂਕੇਸ਼ਨ ਇਨ ਦਾ ਪੰਜਾਬ। 1880 ਚ ਉਹ ਕਹਿੰਦਾ ਅੰਗਰੇਜ਼ਾਂ ਨੇ ਜਦੋਂ ਪੰਜਾਬ ਤੇ ਕਬਜ਼ਾ ਕਰ ਲਿਆ, ਤੇ ਉਹ ਕਹਿੰਦਾ ਕਿ ਉਸ ਵੇਲੇ ਪੰਜਾਬ ਦੇ ਵਿੱਚ 3,30,000 ਵਿਦਿਆਰਥੀ ਸੀ। ਯਾਨੀ 1870-80 ਦੀ ਗੱਲ ਹੈ। ਤੇ ਉਹ ਕਹਿੰਦਾ ਕਿ ਅੰਗਰੇਜ਼ਾਂ ਨੇ ਵਿਦਿਅਕ ਢਾਂਚਾ ਸਾਰਾ ਨਸ਼ਟ ਕਰ ਦਿੱਤਾ। ਅੱਛਾ। ਈਸਟ ਇੰਡੀਆ ਕੰਪਨੀ ਨੇ ਜਦੋਂ ਪੰਜਾਬ ਦਾ ਰਾਜ ਸੰਭਾਲਿਆ ਤਾਂ ਉਹਨਾਂ ਨੇ ਹੀ ਦੇਖਿਆ, ਇਹ ਉਹ ਰਿਪੋਰਟ ਦੇ ਵਿੱਚ ਆਉਂਦਾ ਹੈ ਕਿ ਤਾਲੀਮ ਦਾ ਮਿਆਰ ਪੰਜਾਬ ਵਿੱਚ ਦੂਜਿਆਂ ਸੂਬਿਆਂ ਨਾਲੋਂ ਕਿਤੇ ਉੱਚਾ ਸੀ। ਅੱਛਾ। ਉਹਨਾਂ ਨੇ ਇਹ ਵੀ ਲਿਖਿਆ ਕਿ ਪੰਜਾਬ ਤਾਂ ਵਿਦਿਆ ਦੇ ਹਿਸਾਬ ਨਾਲ ਯੂਰਪੀਨਾਂ ਨਾਲੋਂ ਵੀ ਅੱਗੇ ਸੀ। ਕਮਾਲ ਹੈ। ਸੋ ਅੰਗਰੇਜ਼ਾਂ ਨੇ ਸਿੱਖ ਰਾਜ ਦੀਆਂ ਨਿਸ਼ਾਨੀਆਂ ਮਿਟਾਉਣ ਲਈ ਕਾਇਦੇ ਸਾੜਨ ਦੀ ਬਕਾਇਦਾ ਮੁਹਿੰਮ ਚਲਾਈ। ਜਿਹੜੇ ਕਾਇਦੇ ਸਾੜਨ ਗਏ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਸੀਗੇ। ਅੱਛਾ। ਕਿ ਪਹਿਲਾਂ ਪੰਜਾਬ ਦਾ ਵਿਦਿਅਕ ਢਾਂਚਾ ਨਸ਼ਟ ਕਰੋ, ਜਿਹੜਾ ਉਸ ਵੇਲੇ ਅੰਗਰੇਜ਼ਾਂ ਦੇ ਵਿਦਿਅਕ ਢਾਂਚੇ ਨਾਲੋਂ ਸੁਪੀਰੀਅਰ ਸੀਗਾ, ਉਹਦੇ ਨਾਲੋਂ ਬਿਹਤਰ ਸੀਗਾ। ਤੇ ਇੰਨਾ ਸੀਗਾ ਕਿ ਕਿਸੇ ਜਮਾਤ ਵਿੱਚ 50 ਤੋਂ ਵੱਧ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਿਸੇ ਜਮਾਤ ਵਿੱਚ 50 ਤੋਂ ਵੱਧ ਵਿਦਿਆਰਥੀ ਨਹੀਂ ਹੋ ਸਕਦੇ ਸੀ। ਤੇ ਜੇ ਕੋਈ ਉਸਤਾਦ 50 ਤੋਂ ਵੱਧ ਵਿਦਿਆਰਥੀ ਰੱਖਦਾ ਸੀ ਤਾਂ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਸੀ ਕਿ ਉਹ ਬੱਚਿਆਂ ਦਾ ਭਵਿੱਖ ਖਰਾਬ ਕਰਦਾ ਹੈ। ਅੱਛਾ। ਔਰ ਕਾਇਦਿਆਂ ਦੀ ਵੰਡ ਤਹਿਸੀਲਦਾਰਾਂ ਦੇ ਥਰੂ ਹੁੰਦੀ ਸੀਗੀ। ਤਹਿਸੀਲਦਾਰਾਂ ਦੇ ਰਾਹੀਂ ਕਾਇਦੇ ਜੋ ਪੰਜਾਬੀ ਦੇ ਵੀ, ਉਰਦੂ ਦੇ ਵੀ, ਹਿੰਦੀ ਦੇ ਵੀ, ਜਿਹੜੀ ਵੀ ਜ਼ੁਬਾਨ, ਮਤਲਬ ਉਹ ਤਾਂ ਖੈਰ ਉਹ ਸੀ, ਪਰ ਬਹੁਤੇ ਪੰਜਾਬੀ ਦੇ ਕਾਇਦੇ ਸੀ ਜੀ। ਉਹਨਾਂ ਨੇ ਇਹ ਵੀ ਆਖਿਆ ਈਸਟ ਇੰਡੀਆ ਕੰਪਨੀ ਵਾਲਿਆਂ ਨੇ ਕਿ ਜੇ ਅਸੀਂ ਪੂਰਾ ਇਹਨਾਂ ਨੂੰ ਕਾਬੂ 'ਚ ਰੱਖਣਾ ਤਾਂ ਪਹਿਲਾਂ ਇਹਨਾਂ ਦੀ ਬੋਲੀ ਨੂੰ ਖਤਮ ਕਰੋ। ਅੱਛਾ। ਕਹਿੰਦੇ ਕਿ ਜਦ ਸਿੱਖਾਂ ਦੀ ਮਾਂ ਬੋਲੀ ਨੂੰ ਖਤਮ ਕਰ ਦਿੱਤਾ ਤਾਂ ਉਹ ਸਹੀ ਅਰਥਾਂ ਵਿੱਚ ਜਿੱਤੇ ਜਾਣਗੇ। Once we kill off the mother tongue of the Sikhs, they will truly be conquered. East India officer, East India company ਦਾ officer ਇਹ ਰਿਪੋਰਟ ਭੇਜ ਰਿਹਾ ਹੈ। ਇਸ ਕਰਕੇ ਕਿ ਜਦੋਂ ਤੱਕ ਇਹਨਾਂ ਦੇ ਵਿਦਿਅਕ ਢਾਂਚਾ ਕਾਇਮ ਰਿਹਾ, ਇਹਨਾਂ ਦੀ ਮਾਂ ਬੋਲੀ ਕਾਇਮ ਰਹੀ, ਇਹਨਾਂ ਨੂੰ ਸਿੱਖ ਰਾਜ ਦੀਆਂ ਯਾਦਾਂ ਉਵੇਂ ਹੀ ਰਹਿਣਗੀਆਂ ਤੇ ਇਹ ਸਾਡੇ ਵਫਾਦਾਰ ਨਹੀਂ ਹੋਣਗੇ। ਕਮਾਲ ਹੈ। ਸੋ ਇਹ ਚੀਜ਼ ਦੇਖੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਹੋਰ ਖੂਬੀਆਂ ਬਾਰੇ ਤਾਂ ਬੜੀ ਗੱਲ ਹੁੰਦੀ ਹੈ ਪੰਜਾਬ 'ਚ ਜੀ, ਪਰ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਵਿਦਿਅਕ ਢਾਂਚਾ ਸੀ ਉਹਦੇ ਬਾਰੇ ਗੱਲ ਨਹੀਂ ਹੁੰਦੀ ਪੰਜਾਬ ਦੇ ਵਿੱਚ ਜ਼ਿਆਦਾ ਕਿ ਮੈਂ ਤਾਂ ਵੇਖੀ ਨਹੀਂ। ਇਹ ਵੀ ਜੋ ਮੈਂ ਤੁਹਾਨੂੰ ਦੱਸ ਰਿਹਾ ਤੇ ਪਾਕਿਸਤਾਨੀ ਅਖਬਾਰਾਂ ਦੇ ਹਵਾਲੇ ਤੋਂ ਮੈਂ ਦੱਸ ਰਿਹਾ। ਦੇਖੋ 100 ਸਾਲ ਬਾਅਦ ਦੇ ਵਿੱਚ ਪੰਜਾਬ ਅੰਗਰੇਜ਼ਾਂ ਦੇ ਕਬਜ਼ੇ 'ਚ ਆਉਂਦਾ ਹੈ।
ਉਹਨਾਂ ਦੇ ਅੰਦਰ ਫਿਰ ਵੀ ਇੱਕ ਡਰ ਸੀ ਕਿ ਜੇ ਇਹਨੂੰ ਕਬਜ਼ੇ 'ਚ ਰੱਖਣਾ, ਇੱਥੋਂ ਵਿਦਰੋਹ ਘੱਟ ਹੋਵੇ ਤੇ ਇਹਨਾਂ ਦੀ ਜਿਹੜੀ ਮੂਲ ਭਾਵਨਾ ਹੈ ਉਹਨੂੰ ਸਨੱਬ ਕਰ ਦਿਓ, ਇਹਨਾਂ ਦੇ ਸਰੋਤ ਖਤਮ ਕਰ ਦਿਓ। ਪਰ ਮੈਨੂੰ ਇਹ ਸਮਝ ਨਹੀਂ ਆਈ ਸਰਦਾਰ ਸਾਹਿਬ ਕਿ ਚਲੋ ਉਹ ਤਾਂ ਅੰਗਰੇਜ਼ ਸੀ, ਜਦੋਂ ਸਾਡੇ ਆਪਣੇ ਆ ਗਏ ਫਿਰ 66 ਤੋਂ ਬਾਅਦ ਤੇ ਹੋਰ ਜ਼ਿਆਦਾ ਆਪਣੇ ਆ ਗਏ ਸੋ ਕਾਲਡ, ਤੇ ਹੁਣ ਜਿਹੜੀ ਸਾਡੀ ਹਾਲਤ ਆ ਇਹ ਤਾਂ ਮੇਰਾ ਖਿਆਲ 4 ਸਦੀਆਂ 3 ਸਦੀਆਂ ਪਹਿਲਾਂ ਵਾਲੀ ਹੋ ਜਾਵੇ ਕਿ ਅਸੀਂ ਜੰਗਲ ਰਾਜ ਵੱਲ ਵੀ ਆ ਗਏ ਤੇ ਅਸੀਂ ਜਿਹੜੇ ਬਿਲਕੁਲ ਹੀ ਸਾਧਨਾਂ ਤੋਂ ਹੀਣੇ ਸਮੇਂ ਸੀ ਉਹਨਾਂ ਨਾਲੋਂ ਵੀ ਐਥੀਕਲੀ ਤੇ ਅਖਲਾਕ ਦੇ ਪੱਧਰ ਤੇ ਡਿੱਗ ਪਏ। ਤੁਸੀਂ ਦੂਰ ਬੈਠੇ ਇਹਨੂੰ ਕਿਵੇਂ ਵਿਉਂਤਦੇ ਹੋ, ਕਿਵੇਂ ਸੋਚਦੇ ਹੋ? ਦੇਖੋ, ਮੈਂ ਜਿਹੜੀ ਗੱਲ ਕਹਿ ਰਿਹਾ ਉਹ ਇਹ ਹੈ ਕਿ ਪੰਜਾਬ ਦਾ ਵਿਦਿਅਕ ਢਾਂਚਾ ਜਿਹੜਾ ਹਿੰਦੁਸਤਾਨ ਦੇ ਦੂਜੇ ਸੂਬਿਆਂ ਨਾਲੋਂ ਬਿਹਤਰ ਸੀਗਾ ਜੀ, ਉਸ ਨੂੰ ਈਸਟ ਇੰਡੀਆ ਕੰਪਨੀ ਤੇ ਅੰਗਰੇਜ਼ਾਂ ਨੇ ਪਹਿਲਾਂ ਤਾਂ ਨਸ਼ਟ ਕੀਤਾ ਤੇ ਉਸ ਤੋਂ ਬਾਅਦ ਸਾਡੀ ਆਜ਼ਾਦੀ ਆਉਣ ਤੋਂ ਬਾਅਦ ਕਿਸੇ ਨੇ ਪੰਜਾਬ ਦੇ ਵਿੱਚ ਵਿਦਿਆ ਨੂੰ, ਤਾਲੀਮ ਨੂੰ ਪ੍ਰਾਥਮਿਕਤਾ ਨਹੀਂ ਦਿੱਤੀ, ਇੱਧਰ ਧਿਆਨ ਨਹੀਂ ਦਿੱਤਾ। ਠੀਕ ਹੈ, ਬਹੁਤ ਅੱਛੇ ਕੰਮ ਹੋਏ ਨੇ ਸਰਕਾਰਾਂ ਦੇ ਵਿੱਚ, ਔਰ ਜਿਸ ਤਰ੍ਹਾਂ ਗਿੱਲ ਸਾਹਿਬ ਨੇ ਆਖਿਆ ਸੀ ਆਪਣੇ ਇੰਟਰਵਿਊ ਦੇ ਵਿੱਚ, ਸਰਦਾਰ ਲਛਮਣ ਸਿੰਘ ਗਿੱਲ ਨੂੰ ਤਾਂ ਮੈਂ ਆਖਾਂਗਾ ਕਿ ਉਹੋ ਜਿਹਾ ਚੀਫ ਮਿਨਿਸਟਰ ਮੈਂ ਤਾਂ ਨਹੀਂ ਵੇਖਿਆ ਅੱਛਾ, ਜਿਹੜਾ 8 ਮਹੀਨਿਆਂ ਵਿੱਚ ਇੰਨਾ ਕੰਮ ਕਰ ਗਿਆ। ਹਾਲਾਂਕਿ ਮੈਂ ਵੀ ਇੱਥੇ ਚੀਫ ਮਿਨਿਸਟਰ ਨਾਲ ਲੱਗਾ ਰਿਹਾ, ਪ੍ਰਿੰਸੀਪਲ ਸੈਕਟਰੀ ਵੀ, ਹੋਰ ਇੱਧਰ ਉਧਰ ਸੀਐਮ ਦੇ ਨਾਲ, ਸੈਂਟਰ 'ਚ ਵੀ ਮੈਂ ਬਰਨਾਲਾ ਸਾਹਿਬ ਦਾ ਐਸੇ ਰਿਹਾ ਜੀ। ਪਰ ਲਛਮਣ ਸਿੰਘ ਗਿੱਲ ਉਹਨਾਂ ਨੂੰ ਇਸ ਦਾ ਕ੍ਰੈਡਿਟ ਤਾਂ ਜਾਂਦਾ ਹੈ, ਪਰ ਗੱਲ ਇਹ ਹੈ ਕਿ ਐਜੂਕੇਸ਼ਨ ਪੱਖੋਂ ਪੰਜਾਬ ਅਵੇਸ ਲਾ ਰਿਹਾ, ਇਸੇ ਕਰਕੇ ਪਿੱਛੇ ਰਹਿ ਗਿਆ। ਤੇ ਜਿਹੜੀ ਹਰੀ ਕ੍ਰਾਂਤੀ ਜਿਹਨੂੰ ਪੰਜਾਬ ਦੀ ਖੁਸ਼ਹਾਲੀ ਕਹਿੰਦੇ ਨੇ, ਮੇਰੇ ਖਿਆਲ ਦੇ ਵਿੱਚ ਹਰੀ ਕ੍ਰਾਂਤੀ ਬਾਅਦ ਦੇ ਵਿੱਚ ਤਾਂ ਹੁਣ ਲੱਗਦਾ ਵੀ ਹਰੀ ਭ੍ਰਾਂਤੀ ਸੀ, ਛਲਾਵਾ ਸੀਗਾ ਜੀ। ਹਰੀ ਕ੍ਰਾਂਤੀ ਨੇ ਵੀ ਪੰਜਾਬ ਦਾ ਨੁਕਸਾਨ ਹੀ ਕੀਤਾ ਜੀ। ਲੇਕਿਨ ਜਦੋਂ ਸਰਦਾਰ ਸਾਹਿਬ ਜਿਹੜੀਆਂ ਹੈਗੀਆਂ, ਜਦੋਂ ਇਹ ਭਰਮ, ਹਾਂਜੀ ਹਾਂਜੀ ਹਾਂ, ਜਰੂਰ 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 ਜੀ, ਹਾਂਜੀ। ਹੁਣ ਜੇ ਤੁਸੀਂ ਦੇਖੋ ਤੇ ਪੰਜਾਬ ਦੇ ਸੰਕਟ ਆਰਥਿਕ ਵੀ ਨੇ, ਪ੍ਰਸ਼ਾਸਨਿਕ ਵੀ ਨੇ, ਸਮਾਜਿਕ ਵੀ ਨੇ ਤੇ ਸਾਂਸਕ੍ਰਿਤਿਕ ਵੀ ਨੇ। ਵਾਹ, ਕਮਾਲ ਹੈ। ਹਾਂ, ਇਹ ਜਿਹੜੇ ਸੰਕਟ ਨੇ ਇਹਨਾਂ ਸਾਰਿਆਂ ਦਾ ਹੱਲ ਇੱਕੋ ਵਾਰੀ ਤਾਂ ਤੁਹਾਨੂੰ ਮਿਲੇਗਾ ਨਹੀਂ। ਸੋ ਇਹ ਕਿਸ ਤਰ੍ਹਾਂ ਇਹਨਾਂ ਦੇ ਨਾਲ, ਇਹਨਾਂ ਨੂੰ, ਇਹ ਸੰਕਟਾਂ ਨੂੰ ਕਿਵੇਂ ਨਜਿੱਠਣਾ ਹੈ, ਸੋਚਣ ਵਾਲੀ ਗੱਲ ਹੈ। ਮੈਂ ਤਾਂ ਇਹ ਨਹੀਂ ਕਹਿ ਸਕਦਾ ਕਿ ਮੈਂ ਪੰਜਾਬ ਦੇ ਲੋਕਾਂ ਤੋਂ ਜ਼ਿਆਦਾ ਜਾਣਦਾ, ਮੈਂ ਤੁਹਾਨੂੰ ਦੱਸਿਆ ਵੀ ਅੱਧੀ ਸਦੀ ਤੋਂ ਵੱਧ ਸਮਾਂ ਹੋ ਗਿਆ ਪੰਜਾਬ ਛੱਡਿਆ, ਪਰ ਇੱਥੋਂ ਜੋ ਵੇਖੀਦਾ ਪੰਜਾਬ ਦੇ ਵਿੱਚ, ਹੁਣ ਇੱਕ ਛੋਟੀ ਜਿਹੀ ਹੋਰ ਮੈਂ ਤੁਹਾਨੂੰ ਮਿਸਾਲ ਦੇਣਾ ਕਿ ਪੰਜਾਬ ਦਾ ਰਵੱਈਆ ਕੀ ਹੈ। ਤੇ ਜਿਸ ਵੇਲੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬਣਨੀ ਸੀ, ਜੇ ਹੁਣ ਇਸ ਵੇਲੇ ਬੈਂਗਲੋਰ ਇਸ ਪੜਾਅ ਤੇ ਹੈ ਕਿ ਇੱਥੇ ਲੋਕ ਬਾਹਰੋਂ ਕੰਮ ਕਰਨ ਲਈ ਆ ਰਹੇ ਨੇ, ਸਿਰਫ ਹਿੰਦੁਸਤਾਨ ਤੋਂ ਹੀ ਬਾਹਰੋਂ ਨਹੀਂ, ਵਿਦੇਸ਼ਾਂ ਤੋਂ ਵੀ ਆ ਰਹੇ ਨੇ। ਤਾਂ ਉਸ ਦੀ ਵਜ੍ਹਾ ਇਹ ਹੈ ਕਿ ਇੱਕ ਤਾਂ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਨੇ ਇੱਥੇ ਉਸ ਕਿਸਮ ਦਾ ਮਾਹੌਲ ਸਿਰਜਿਆ ਜੀ। ਜਿਸ ਵੇਲੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਦੀ ਸਥਾਪਨਾ ਹੋਣੀ ਸੀ ਤਾਂ ਉਹਨਾਂ ਨੇ 2 ਥਾਵਾਂ ਚੁਣੀਆਂ ਜੀ। ਇੱਕ ਸੀ ਇਹ, ਪਹਿਲਾ ਸੀ ਪਟਿਆਲਾ ਜੀ ਤੇ ਦੂਜਾ ਸੀ ਬੈਂਗਲੋਰ। ਠੀਕ ਹੈ। ਜਿਸ ਵੇਲੇ ਪਟਿਆਲੇ ਮਹਾਰਾਜਾ ਪਟਿਆਲਾ ਦੇ ਲੋਕਾਂ ਨੂੰ ਉਹਨਾਂ ਨੇ ਜ਼ਮੀਨ ਦੇਣ ਲਈ ਆਖਿਆ ਤੇ ਉਹਨਾਂ ਨੇ ਆਖਿਆ ਜੀ ਇੱਥੇ ਸਾਡੇ ਲੋਕਾਂ ਨੇ ਸਾਇੰਸ ਤੋਂ ਕੀ ਲੈਣਾ, ਕੀ ਇਹਨੂੰ ਜ਼ਮੀਨ ਦੇਣ ਤੋਂ ਉਹਨਾਂ ਨੇ ਮਨਾ ਕਰ ਦਿੱਤਾ। ਤੋਬਾ ਤੋਬਾ ਤੋਬਾ। ਟਾਟਾ ਨੇ ਇਹਦੀ ਸਥਾਪਨਾ ਕੀਤੀ ਸੀ, ਬਾਅਦ ਦੇ ਵਿੱਚ ਸਰਕਾਰ ਨੇ ਲੈ ਲਈ। ਸੋ ਇੱਥੇ ਜਿਸ ਵੇਲੇ ਉਹਨਾਂ ਨੇ ਪੁੱਛਿਆ ਤਾਂ ਉਹਨਾਂ ਨੇ ਹੱਸ ਕੇ ਜਿੰਨੇ ਏਕੜ ਚਾਹੀਦੇ ਸੀ ਉਸ ਤੋਂ ਵੱਧ ਜ਼ਮੀਨ ਦੇ ਦਿੱਤੀ ਜੀ। ਸੋ ਇਹ ਹੈ ਕਿ ਇਹ ਹੁਣ ਜਿਹੜੇ ਪੰਜਾਬ ਦੇ ਸੰਕਟ ਨੇ ਉਹਨਾਂ ਦਾ ਕੋਈ ਸੌਖਾ ਹੱਲ ਨਹੀਂ ਹੈਗਾ। ਅੱਛਾ ਸਰਦਾਰ ਸਾਹਿਬ, ਮੈਂ ਜਿਹੜਾ ਸਵਾਲ ਮੇਰਾ ਤੁਹਾਡੀਆਂ ਗੱਲਾਂ ਚੋਂ ਨਿਕਲਿਆ ਹੈ, ਅਦਰਵਾਈਜ਼ ਕੁਝ ਨਹੀਂ ਹੈ, ਤੁਸੀਂ ਨਿਸ਼ਾਨਦੇਹੀ ਕਰਤੀ ਹੈ ਔਰ ਤੁਸੀਂ ਉਹਦੇ ਵਿੱਚ ਜਿਹੜੀ ਸੱਭਿਅਕ ਸਾਡੀ ਮੁਸ਼ਕਲ ਹੈ, ਕਲਚਰਲ ਸਾਡਾ ਇਸ ਵੇਲੇ ਸਭ ਤੋਂ ਵੱਡਾ ਭੇੜ ਆ, ਉਹ ਵੀ ਨਿਸ਼ਾਨਦੇਹੀ ਕੀਤੀ ਹੈ। ਅਦਰਵਾਈਜ਼ ਤੁਸੀਂ 5 ਹੋਰ ਨੁਕਤੇ ਦਿੱਤੇ ਆ। ਇਹ ਨਿਸ਼ਾਨਦੇਹੀ ਪੋਲੀਟੀਕਲ ਲੋਕ ਰੋਜ਼ ਆਪਣੇ ਭਾਸ਼ਣਾਂ 'ਚ ਕਰ ਰਹੇ ਆ, ਹਰ ਬੰਦਾ ਦੂਜੇ ਵੱਲ ਉਂਗਲ ਕਰਕੇ ਕਹਿ ਰਿਹਾ ਕਿ ਉਹਨੇ ਬੇੜਾ ਗਰਕ ਕਰਤਾ ਜੀ। ਸੋ ਨਵੀਂ ਗਵਰਨਮੈਂਟ ਜਦੋਂ ਆਉਣ ਤੋਂ ਪਹਿਲਾਂ ਇਹ ਪ੍ਰਕਿਰਿਆ ਹੋਰ ਤੇਜ਼ ਹੋ ਜਾਂਦੀ ਹੈ। ਮੈਂ ਜੇ ਤੁਹਾਨੂੰ ਬੇਨਤੀ ਕਰਾਂ ਕਿ ਇੱਕ ਸਮਰੱਥ ਅਧਿਕਾਰੀ ਹੁੰਦੇ ਆ,
ਇੱਕ ਲਰਨ ਮੈਂ ਸਮਝਦਾ ਹਾਂ ਕਿ ਤੁਹਾਡੇ ਤੋਂ ਵੱਧ ਐਜੂਕੇਟਡ ਕੋਈ ਨਹੀਂ, ਜਿਸ ਬੰਦੇ ਨੇ ਹਜ਼ਾਰਾਂ ਕਿਤਾਬਾਂ ਪੜ੍ਹੀਆਂ ਤੇ ਜਿਸ ਬੰਦੇ ਨੇ ਪ੍ਰੈਕਟੀਕਲੀ ਸਰਕਾਰ ਹੰਡਾਈ ਹੈ ਪੂਰੀ ਤਰ੍ਹਾਂ ਵਿੱਚ ਰਹਿ ਕੇ, ਸੋ ਸਾਲਾਂ ਦਾ ਤੁਹਾਡਾ ਅਨੁਭਵ ਹੈ। ਆਖਰ ਪੰਜਾਬ ਇਸ ਜਿੱਲਣ ਚੋਂ ਨਿਕਲੇ ਕਿਵੇਂ? ਇਹਨਾਂ ਇੱਕ ਇੱਕ ਕਰਕੇ ਜੇ ਇਹਨਾਂ ਨੂੰ ਐਡਰੈਸ ਕਰਨਾ ਹੋਵੇ ਤੇ ਕੀ ਤਰੀਕਾ ਹੈ? ਨੀਅਤ ਤਾਂ ਸਭ ਤੋਂ ਪਹਿਲਾਂ ਹੈ, ਲੇਕਿਨ ਅਦਰਵਾਈਜ਼ ਅਸੀਂ ਕੀ ਕਰੀਏ? ਕਿਸ ਤਰ੍ਹਾਂ ਦਾ ਸਾਡਾ ਰੋਡ ਮੈਪ ਹੋਵੇ, ਤਰੀਕਾਕਾਰ ਕੀ ਹੋਵੇ, ਜੇ ਸੁਝਾ ਸਕੋ ਤਾਂ। ਰਾਓ ਸਾਹਿਬ, ਜਿਸ ਵੇਲੇ ਟੋਨੀ ਬਲੇਅਰ ਪ੍ਰਾਈਮ ਮਿਨਿਸਟਰ ਬਣਿਆ ਤਾਂ ਸਬਬ ਨਾਲ ਮੈਂ ਉਦੋਂ ਇੰਗਲੈਂਡ 'ਚ ਸੀਗਾ ਜੀ, ਤੇ ਉਹਦੀ ਜਿਹੜੀ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਪਹਿਲੀ ਪ੍ਰੈਸ ਕਾਨਫਰੰਸ ਸੀ, ਉਹ ਮੈਂ ਟੈਲੀਵਿਜ਼ਨ ਤੇ ਦੇਖ ਰਿਹਾ ਸੀਗਾ। ਉਹ ਲਾਈਵ ਟੈਲੀਕਾਸਟ ਸੀ ਤੇ ਉਹਦੇ ਵਿੱਚ ਉਹਨੂੰ ਪੁੱਛਿਆ ਵੀ ਹੁਣ ਠੀਕ ਹੈ, ਤੁਸੀਂ ਲੇਬਰ ਵਾਲੇ ਆ ਗਏ ਹੋ, ਤੁਹਾਡੀਆਂ 3 ਪ੍ਰਾਥਮਿਕਤਾਵਾਂ ਕੀ ਨੇ, ਕੀ ਪ੍ਰਾਇੋਰਟੀਜ਼ ਨੇ ਤੁਹਾਡੀਆਂ? ਉਹ ਕਹਿੰਦਾ ਮਾਈ 3 ਪ੍ਰਾਇੋਰਟੀਜ਼ ਆਰ, ਮੇਰੀਆਂ 3 ਪ੍ਰਾਥਮਿਕਤਾਵਾਂ ਜਿਹੜੀਆਂ ਹੈਗੀਆਂ ਉਹ ਨੇ ਐਜੂਕੇਸ਼ਨ, ਐਜੂਕੇਸ਼ਨ, ਐਜੂਕੇਸ਼ਨ। ਵਾਹ। ਤਾਂ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਤਾਂ ਇਹ ਕਹਿ ਰਿਹਾ ਤੇ ਇੱਥੇ ਤੁਸੀਂ ਕਦੇ ਕਿਸੇ ਚੀਫ ਮਿਨਿਸਟਰ ਨੂੰ ਇਹ ਕਹਿੰਦੇ ਸੁਣਿਆ ਵੀ ਮੇਰੀਆਂ 3 ਜਿਹੜੀਆਂ ਪ੍ਰਾਥਮਿਕਤਾਵਾਂ ਨੇ ਉਹ ਹੈਗੀਆਂ ਤਾਲੀਮ, ਤਾਲੀਮ, ਤਾਲੀਮ ਜਾਂ ਵਿਦਿਆ, ਵਿਦਿਆ, ਵਿਦਿਆ? ਨਹੀਂ, ਇਹ ਤਾਂ ਉਹਨਾਂ ਦੇ ਏਜੰਡੇ ਤੇ ਸਾਡੇ ਤਾਂ ਕਿਹਾ ਜਾਂਦਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਤੇ ਮੈਂ ਪੰਜਾਬ 'ਚ ਜਦੋਂ ਜਾਓ, ਜੇ ਤੁਸੀਂ ਗੱਲ ਕਰੋ, ਜਿਹੜਾ ਵੀ ਸਾਡਾ ਵਿਦਿਅਕ ਢਾਂਚਾ ਹੈ ਉਹਦੇ 'ਚ ਬਹੁਤ ਸੁਧਾਰ ਦੀ ਲੋੜ ਹੈ, ਕਿਉਂਕਿ ਯੂਨੀਵਰਸਿਟੀ ਦੇ ਜਿਹੜੇ ਟੀਚਰ ਨੇ ਉਹ ਸ਼ਿਕਾਇਤ ਕਰਦੇ ਨੇ ਵੀ ਉਹਨਾਂ ਦੀਆਂ ਤਨਖਾਹਾਂ ਪੂਰੀਆਂ ਨਹੀਂ ਮਿਲ ਰਹੀਆਂ ਜੀ। ਸੋ ਇਹ ਹੈ ਕਿ ਕਈ ਚੀਜ਼ਾਂ ਨੇ ਜਿਹੜੀਆਂ ਦੂਸਰਿਆਂ ਤੋਂ ਸਿੱਖ ਸਕਦੇ ਹੋ। ਸਾਡੀ ਇੱਕ ਹੋਰ ਪੰਜਾਬ ਦੀ ਇੱਕ ਹੋਰ ਵੀ ਮੁਸ਼ਕਲ ਜਿਹੜੀ ਗੱਲ ਹੈਗੀ ਕਿ ਇੱਕ ਕਿਸਮ ਦੀ ਇਹ ਕਹਿ ਲਓ ਵੀ ਖੁਦਦਾਰੀ ਇੰਨੀ ਹੈ ਕਿ ਕਿਸੇ ਦੀ ਗੱਲ ਛੇਤੀ ਛੇਤੀ ਸੁਣਦੇ ਨਹੀਂ। ਕਿ ਅਸੀਂ ਕਿਸੇ ਤੋਂ ਕੁਝ ਸਿੱਖ ਸਕਦੇ ਹਾਂ, ਉਹ ਮਾਨਸਿਕਤਾ ਹੈ ਨਹੀਂ। ਫਿਰ ਕੀ ਕਰੀਏ? ਜਦੋਂ ਹਾਂਜੀ, ਫਿਰ ਕੀ ਕਰੀਏ ਜੀ? ਕਰਨਾ ਤਾਂ ਹੁਣ ਪੰਜਾਬ ਦੇ ਲੋਕਾਂ ਨੇ ਹੀ ਹੈ ਜੀ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਨਹੀਂ, ਪਰ ਸਰਦਾਰ ਸਾਹਿਬ ਹੁੰਦਾ ਕੀ ਹੈ ਕਿ ਅਸੀਂ ਇੱਕ ਨੂੰ ਚੁਣਦੇ ਆ, ਸਾਡਾ ਮੋਹ ਭੰਗ ਹੋ ਜਾਂਦਾ, ਅਸੀਂ ਦੂਜੇ ਨੂੰ ਚੁਣ ਲੈਂਦੇ ਆ। ਅਸੀਂ ਦੂਜੇ ਨੂੰ ਚੁਣਦੇ ਆ, ਉਹ ਵੀ ਉਸ ਪੱਧਰ ਤੱਕ ਨਹੀਂ ਆਉਂਦਾ, ਰਾਤ ਰੋਦ ਨਾਲੋਂ ਪਹਿਲੇ ਨਾਲੋਂ ਵੀ ਗਿਆ ਗੁਜ਼ਰਿਆ ਨਿਕਲਦਾ, ਅਸੀਂ ਤੀਜੇ ਵੱਲ ਤੁਰ ਪੈਂਦੇ ਆ। ਬੜਾ ਸਪਸ਼ਟ ਜਿਹਾ ਇਸ ਵੇਲੇ ਸਮੱਸਿਆ ਦਾ ਮੂੰਹ ਇਹ ਆ ਕਿ ਸਾਡੇ ਕੋਲ ਕੋਈ ਰੋਡ ਮੈਪ ਨਹੀਂ, ਕਿਸੇ ਵੀ ਖੇਤਰ ਦੇ ਵਿੱਚ ਅਸੀਂ ਕੀ ਕਰਨਾ ਉਹਦੇ ਬਾਰੇ ਕਲੈਰਿਟੀ ਹੈ ਨਹੀਂ, ਸਾਡਾ ਵਿਜ਼ਨ ਹੀ ਨਹੀਂ ਰਿਹਾ। ਸਿਆਸੀ ਲੋਕ ਵੋਟ ਮੰਗਣ ਤੋਂ, ਵੋਟ ਤੱਕ ਸੀਮਤ ਹੋਣ ਤੋਂ ਅੱਗੇ ਸੋਚਦੇ ਹੀ ਨਹੀਂ। ਉਹ ਸਰਕਾਰ 'ਚ ਆ ਕੇ ਅਗਲੀ ਸਰਕਾਰ ਬਣਾਉਣ ਦੀ ਸੋਚਣ ਡੈ ਪੈਂਦੇ, ਉਹ ਕਦੇ ਸੋਚਦੇ ਹੀ ਨਹੀਂ ਕਿ 5 ਸਾਲ ਕੰਮ ਲਈ ਮਿਲਿਆ। ਸੋ ਮੈਂ ਜੇ ਤੁਹਾਨੂੰ ਇਹ ਬੇਨਤੀ ਕਰਦਾ ਹਾਂ ਕਿ ਸਰਦਾਰ ਚਰਨਜੀਤ ਸਿੰਘ ਆਪਣੇ ਜੀਵਨ ਦੇ ਵਿੱਚ ਸਾਰੇ ਕੰਮਕਾਜ ਨਿਪਟਾ ਕੇ 50 ਸਾਲ ਪਹਿਲੋਂ ਜਿਸ ਪੰਜਾਬ 'ਚੋਂ ਪਹਿਲਾ ਕਦਮ ਬਾਹਰ ਰੱਖਿਆ ਸੀ, ਕਦੇ ਮੁੜ ਕੇ ਉਹ ਕਦਮ ਪੰਜਾਬ ਦੇ ਵਿੱਚ ਰੱਖਣ ਦਾ ਨਹੀਂ ਸੋਚ ਸਕਦੇ। ਤੁਸੀਂ ਨਾ ਆਓ ਪੋਲਿਟਿਕਸ ਵਿੱਚ, ਨਾ ਵੋਟ ਦੀ ਰਾਜਨੀਤੀ 'ਚ ਆਓ, ਤੁਸੀਂ ਘੱਟੋ ਘੱਟ ਕੋਈ ਰੋਡ ਮੈਪ, ਕੋਈ ਪਾਲਿਸੀ 'ਚ ਬਣਾ ਸਕੋ। ਕੋਈ 10-20 ਬੰਦੇ ਜਿਹੜੇ ਪੰਜਾਬ ਨੂੰ ਮੁਹੱਬਤ ਕਰਦੇ ਹੋ, ਤੁਸੀਂ ਦੂਰ ਬੈਠੇ ਗੁਰੂਆਂ ਦੇ ਵਰੋਸਾਏ ਹੋ, ਗੁਰੂਆਂ ਦੇ ਨਾਲ ਜੁੜੇ ਹੋ, ਬਾਣੀ ਨਾਲ ਜੁੜੇ ਹੋ, ਸੰਧਾਤ ਨਾਲ ਜੁੜੇ ਹੋ। ਹੁਣ ਅਸੀਂ ਕਿਹਦਾ ਦਰਦ ਖਟਕਾਈਏ? ਤੁਹਾਡੇ ਵਰਗੇ ਲੋਕ ਸਾਡੇ ਕੋਲ ਦਸਤਕ ਕਿਹੜੇ ਬਰੋਈ ਜਾ ਕੇ ਦਈਏ, ਕਿੱਥੇ ਮਰੀਏ ਜਾ ਕੇ? ਪੰਜਾਬੀ ਸੋਚਦੇ ਆ ਸਾਨੂੰ ਹਰ ਕੋਈ ਛੱਲ ਕੇ ਲੈ ਗਿਆ, ਸਾਨੂੰ ਭਰਮ 'ਚ ਪਾ ਕੇ ਵੋਟਾਂ ਲੈ ਲਈਆਂ ਜਾਂਦੀਆਂ, ਹਰ ਕੋਈ ਚੀਟ ਕਰ ਜਾਂਦਾ। ਆਖਰ ਕਿਹੜੇ ਦਰ ਤੇ ਜਾ ਕੇ ਮੱਥਾ ਫੋੜੀਏ? ਤੁਹਾਡੇ ਸਵਾਲ ਦੇ ਪਿੱਛੇ ਵੀ ਰੰਧਾਵਾ ਸਾਹਿਬ ਇੱਕ ਮਾਨਸਿਕਤਾ ਜਿਹੜੀ ਕੰਮ ਕਰ ਰਹੀ ਉਹ ਇਹ ਹੈ, ਜਿਵੇਂ ਤੁਸੀਂ ਆਖਿਆ ਕਿ ਅਸੀਂ ਇੱਕ ਨੂੰ ਵੋਟ ਪਾਉਂਦੇ ਆ, ਉਸ ਤੋਂ ਮੋਹ ਭੰਗ ਹੋ ਜਾਂਦਾ ਤੇ ਦੂਜੇ ਨੂੰ ਪਾਉਂਦੇ ਆ। ਇਹਦੇ ਪਿੱਛੇ ਇੱਕ ਜਿਹੜਾ ਨੁਕਤਾ ਹੈ ਉਹ ਇਹ ਹੈ ਕਿ ਜੇ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਹੋਣਾ ਤਾਂ ਸਰਕਾਰ ਦੇ ਰਾਹੀਂ ਹੀ ਹੋਣਾ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਸਰਕਾਰ ਦੇ ਕੋਲੋਂ ਇਹ ਨਹੀਂ ਹੋਣਾ ਸਾਰਾ ਕੁਝ। ਅੱਛਾ, ਠੀਕ ਹੈ, ਸਰਕਾਰ ਸੜਕਾਂ ਬਣਾ ਸਕਦੀ ਹੈ, ਸਰਕਾਰ ਬਿਜਲੀ ਦੇ ਸਕਦੀ ਹੈ। ਉਹ ਬਿਜਲੀ ਮੁਫਤ ਦੇਣਾ ਪੰਜਾਬ ਦਾ ਇੱਕ ਗਲਤ ਕਦਮ ਹੀ ਸੀਗਾ ਸਾਰਿਆਂ ਨੂੰ। ਘੱਟੋ ਘੱਟ ਜਿਹੜੇ ਤਗੜੇ ਜ਼ਿਮੀਂਦਾਰ ਨੇ ਉਹਨਾਂ ਨੂੰ ਵੀ ਤੁਸੀਂ ਮੁਫਤ ਬਿਜਲੀ ਦੇ ਰਹੇ ਹੋ। ਜੇ ਤੁਸੀਂ ਸਰਵੇ ਕਰੋ, ਦੇਖੋ ਕਿ ਮੁਫਤ ਬਿਜਲੀ ਦਾ ਫਾਇਦਾ ਜ਼ਿਆਦਾ ਕਿਹਨਾਂ ਨੂੰ ਹੋ ਰਿਹਾ ਹੈ।
ਤਾਂ ਉਹ ਵੱਖਰੀ ਗੱਲ ਹੈ, ਉਸ ਪਾਸੇ ਜਾਣਾ ਹੀ ਨਹੀਂ। ਪੰਜਾਬ ਦੇ ਲੋਕ ਇਸ ਬਾਰੇ ਬਿਹਤਰ ਜਾਣਦੇ ਨੇ ਜੀ। ਪਰ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਠੀਕ ਹੈ, ਸਰਕਾਰ ਸੜਕਾਂ ਬਣਾ ਸਕਦੀ ਹੈ, ਬਿਜਲੀ ਦੇ ਸਕਦੀ ਹੈ, ਨਹਿਰਾਂ ਨੂੰ ਚੰਗੀ ਰਿਪੇਅਰ ਉਹਨਾਂ ਦੀ ਕਰ ਸਕਦੀ ਹੈ, ਮੁਰੰਮਤ ਕਰ ਸਕਦੀ ਹੈ, ਹਸਪਤਾਲ ਖੋਲ ਦੇਵੇ। ਉਸ ਤੋਂ ਬਾਅਦ ਜਿਹੜੀਆਂ ਬਾਕੀ ਸਮੱਸਿਆਵਾਂ ਨੇ, ਜਿਹੜੀਆਂ ਪ੍ਰਸ਼ਾਸਨਿਕ, ਸਮਾਜਿਕ, ਸਾਂਸਕ੍ਰਿਤਿਕ, ਆਰਥਿਕ, ਇਹ ਸਰਕਾਰ ਦੇ ਨਾਲ ਲੋਕਾਂ ਨੇ ਵੀ ਆਪ ਇਹਨਾਂ ਦੇ ਹੱਲ ਕਰਨੇ ਆ। ਹੁਣ ਜੇ ਤੁਸੀਂ ਜਿਵੇਂ ਮੈਂ ਹੁਣੇ ਕਿਹਾ ਵੀ ਆਪਣੇ ਹੱਥੀ ਆਪਣਾ ਹੀ ਕਾਜ ਸਵਾਰੀ, ਤਾਂ ਸਾਨੂੰ ਗੁਰੂ ਸਾਹਿਬ ਸਿੱਖਿਆ ਦੇ ਗਏ ਨੇ। ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਚੀਜ਼, ਜਦੋਂ ਇੱਥੋਂ ਸਾਊਥ ਦੇ ਨਾਲ ਤੁਸੀਂ ਮੁਕਾਬਲਾ ਕਰਦੇ ਹੋ ਤਾਂ ਇੱਥੇ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਦਾ ਪਾਤਰ ਬੜਾ ਅਹਿਮੀਅਤ ਵਾਲਾ ਹੈ, NGOs ਦਾ ਪਾਤਰ। ਪੰਜਾਬ ਦੇ ਵਿੱਚ ਉਹ ਚੀਜ਼ ਗਾਇਬ ਹੈ। ਤੇ ਇੱਥੇ ਹੁਣ ਜੇ ਵਿਦਿਅਕ ਢਾਂਚਾ ਕਰਨਾਟਕਾ ਦਾ ਇੰਨਾ ਸੁਪੀਰੀਅਰ ਹੈ ਕਿ IT ਤੇ DT ਦੀ ਤੇ ਸਾਇੰਸ ਦੀ ਭਾਰਤ ਦੀ ਇਹ ਰਾਜਧਾਨੀ ਬਣ ਗਿਆ, ਤਾਂ ਇਹ ਵਿਦਿਅਕ ਢਾਂਚਾ ਪ੍ਰਾਈਵੇਟ ਲੋਕਾਂ ਨੇ ਖੜਾ ਕੀਤਾ, ਸਰਕਾਰ ਦੇ ਨਾਲ ਹੀ ਨਹੀਂ ਹੋਇਆ। ਸਰਕਾਰ ਦਾ ਜੋ ਸੀ ਹੱਥ ਉਹ ਤਾਂ ਸੀ, ਪਰ ਬਾਕੀ ਕੰਮ ਇਹ ਸਾਰੇ ਪ੍ਰਾਈਵੇਟ ਲੋਕਾਂ ਨੇ ਕੀਤੇ ਨੇ। ਇੰਡੀਅਨ ਇੰਸਟੀਚਿਊਟ ਆਫ ਸਾਇੰਸ ਟਾਟਾਜ਼ ਨੇ ਖੜੀ ਕੀਤੀ ਸੀਗੀ। ਤੇ ਬਾਕੀ ਜਿਹੜੀ ਚੀਜ਼ਾਂ ਹੈਗੀਆਂ, ਜਿਸ ਤਰ੍ਹਾਂ ਹੁਣ ਭਾਵੇਂ ਪਰਿਸਰ ਦੀ ਮਲੀਨਤਾ ਜਾਂ ਪ੍ਰਦੂਸ਼ਣ ਬਾਰੇ ਚੇਤਨਤਾ ਹੋਵੇ, ਜਾਂ ਸਾਂਸਕ੍ਰਿਤਿਕ ਜੋ ਸਾਡਾ ਨਿਗਾਰ ਹੈ ਉਹਦੇ ਬਾਰੇ ਹੋਵੇ, ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਇਹ ਲੋਕਾਂ ਨੇ ਆਪ ਕਰਨੀਆਂ। ਨਹੀਂ ਸਰਦਾਰ ਸਾਹਿਬ, ਜੇ ਸਰਕਾਰ ਦੇ ਮੂੰਹ ਵੱਲ ਬੈਠੇ ਦੇਖੋਗੇ ਤਾਂ ਸਰਕਾਰ ਦਾ ਮੂੰਹ ਦੇਖ ਕੇ ਸਾਊਥ ਵਾਲੇ ਨਹੀਂ ਉੱਪਰ ਆਏ। ਨਹੀਂ ਸਰ, ਬੇਨਤੀ ਹੈ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਆਪਣੇ ਹੱਥੀਂ ਆਪਣਾ ਕਾਰਜ ਸਵਾਰਨ ਵਾਲੀ ਗੱਲ ਆ, ਉਹਦੇ ਵਿੱਚ ਲੋਕਾਂ ਨੇ ਤਾਂ ਅਖੀਰ 'ਚ ਇਹ ਸੋਚ ਲਿਆ ਕਿ ਇੱਥੇ ਕੁਝ ਨਹੀਂ ਹੋਣਾ, ਤੇ ਬੱਚੇ ਜਿਹੜੇ ਆ ਉਹ ਦੂਜੀਆਂ ਧਰਤੀਆਂ ਤੇ ਜਿੱਥੇ ਚੰਗੇ ਸਿਸਟਮ ਆ ਉਧਰ ਤੌਰ ਤੇ ਜਾਂ ਚਲੇ ਗਏ। ਸੋਚ ਕੇ ਵੀ ਇੱਥੇ ਕੁਝ ਨਹੀਂ ਹੋਣਾ, ਰਾਤ ਨੂੰ ਦਾਰੂ ਪੀ ਕੇ ਪੈ ਜਾਓ। ਬਿਲਕੁਲ ਠੀਕ ਹੈ। ਲੇਕਿਨ ਇੱਕ ਹੋਰ ਸਵਾਲ ਹੈ ਸਰ, ਤੁਸੀਂ ਕਹਿੰਦੇ ਹੋ ਕਿ ਐਜੂਕੇਸ਼ਨਲ ਸਿਸਟਮ ਪੰਜਾਬ ਦੇ ਵਿੱਚ ਇਸ ਵੇਲੇ ਇਜਾਰੇਦਾਰੀ ਪ੍ਰਾਈਵੇਟ ਸੈਕਟਰ ਦੀ ਹੈ, ਲੇਕਿਨ ਸਰਕਾਰ ਦੇ ਹੱਥ 'ਚ ਇੱਕ ਜ਼ਿੰਮੇਵਾਰੀ ਸੀ ਕਿ ਉਹਨਾਂ ਤੇ ਚੈੱਕ ਰੱਖੇ ਕਿ ਉਹਨਾਂ ਦਾ ਮਿਆਰ ਕੀ ਆ, ਕੁੰਡਾ ਰੱਖਦੀ। ਹਜ਼ਾਰਾਂ ਦੀ ਤਾਦਾਦ 'ਚ ਇੰਜੀਨੀਅਰਿੰਗ ਕਾਲਜ, ਮੈਡੀਕਲ ਕਾਲਜ ਜਿਹੜੇ ਆ ਉਹ ਸੈਂਕੜਿਆਂ 'ਚ ਖੁੱਲ ਗਏ, ਲੇਕਿਨ ਉਹਨਾਂ ਦਾ ਮਿਆਰ ਤਾਂ ਕੋਈ ਹੈ ਹੀ ਨਹੀਂ। ਤੇ ਆਖਰ ਸਰਕਾਰ ਜਿਹੜੀ ਹੈ ਨਾ, ਮਿਆਰ ਪੰਜਾਬ ਦੇ ਵਿੱਚ ਸਿੱਖਿਆ ਦੇ ਮਿਆਰ ਦੀ ਬੜੀ ਸਮੱਸਿਆ ਹੈ ਜੀ। ਤੇ ਤੁਸੀਂ ਮਿਆਰ ਸਿੱਖਿਆ ਦਾ ਮੈਂ ਤਾਂ ਬੜੇ ਮੁਲਕਾਂ ਦੇ ਵਿੱਚ ਗਿਆ ਤੇ ਬਾਹਰ ਪੋਸਟਿੰਗ ਵੀ ਹੋਈ ਹੈ, ਦੇਖਿਆ, ਬਾਹਰ ਰਹੇ ਵੀ ਆ ਕਾਫੀ ਚਿਰ। ਕਿਸੇ ਵੀ ਮੁਲਕ ਦੇ ਜਿਨ੍ਹਾਂ ਦਾ ਵਿਦਿਅਕ ਢਾਂਚਾ ਚੰਗਾ, ਇਸ ਵੇਲੇ ਵਿਦਿਆ ਦੇ ਪੱਖੋਂ ਸੰਸਾਰ ਦੇ ਵਿੱਚ ਫਿਨਲੈਂਡ ਨੂੰ ਸਭ ਤੋਂ ਉੱਪਰ ਰੱਖਿਆ ਜਾਂਦਾ ਹੈ। ਸਕੂਲੀ ਐਜੂਕੇਸ਼ਨ ਸਭ ਤੋਂ ਵਧੀਆ ਉਹਨਾਂ ਦੀ ਹੈ। ਹਾਂਜੀ, ਫਿਨਲੈਂਡ ਜੀ। ਉਸ ਤੋਂ ਬਾਅਦ ਦੂਜੀਆਂ ਸਕੈਂਡੀਨੇਵੀਅਨ ਜਿਹੜੇ ਮੁਲਕ ਨੇ, ਸਵੀਡਨ, ਨਾਰਵੇ, ਡੈਨਮਾਰਕ, ਇਹ ਆਉਂਦੇ ਨੇ। ਤੇ ਸਵਿਟਜ਼ਰਲੈਂਡ, ਮੇਰਾ ਭਰਾ ਸਵਿਟਜ਼ਰਲੈਂਡ ਦੇ ਵਿੱਚ ਵਸਿਆ ਹੋਇਆ, ਉੱਥੋਂ ਦਾ ਨਾਗਰਿਕ ਹੈ ਜੀ। ਤੇ ਉਹ ਸਵਿਟਜ਼ਰਲੈਂਡ ਦੇ ਜਿਹੜੇ ਉਹਨਾਂ ਦੇ ਸਕੂਲਾਂ ਬਾਰੇ, ਕਿਉਂਕਿ ਉਹਨਾਂ ਦੇ ਬੱਚੇ ਵੀ ਉੱਥੇ ਪੜ੍ਹਦੇ ਨੇ, ਤੇ ਉਹ ਵੀ ਦੇਖਿਆ। ਮੇਰੇ ਬੱਚੇ ਇੰਗਲੈਂਡ 'ਚ ਵੀ ਪੜ੍ਹਦੇ ਰਹੇ ਨੇ ਜਦੋਂ ਮੈਂ ਉੱਥੇ ਸੀ, ਪੈਰਿਸ 'ਚ ਵੀ ਪੜ੍ਹਦੇ ਰਹੇ ਜਦੋਂ ਮੈਂ ਉੱਥੇ ਸੀਗਾ। ਉਸ ਤੋਂ ਬਾਅਦ ਇਹ ਅਮਰੀਕਾ ਪੜ੍ਹਨ ਲਈ ਗਏ, ਤਾਂ ਯਾਨੀ ਫਰਾਂਸ, ਇੰਗਲੈਂਡ ਤੇ ਅਮਰੀਕਾ ਦਾ ਤਾਂ ਮੇਰੇ ਬੱਚਿਆਂ ਨੂੰ ਹੀ ਐਕਸਪੀਰੀਅੰਸ ਹੈਗਾ, ਉਹ ਵੀ ਦੇਖਿਆ ਕਿ ਕਿਵੇਂ ਹੈ। ਜਦੋਂ ਤੱਕ ਤੁਸੀਂ ਮਾਂ ਬੋਲੀ ਨੂੰ ਸਿੱਖਿਆ ਦਾ ਮਾਧਿਅਮ ਨਹੀਂ ਬਣਾਓਗੇ ਜੀ, ਤੇ ਸਾਇੰਸ ਵੱਲ ਧਿਆਨ ਨਹੀਂ ਦਿਓਗੇ, ਉਦੋਂ ਤੱਕ ਤੁਹਾਡਾ ਮਿਆਰ ਨਹੀਂ ਉੱਚਾ ਹੋਣਾ ਜੀ। ਹੁਣ ਮਾਂ ਬੋਲੀ ਦੀ ਜਿਹੜੀ ਦੁਰਦਸ਼ਾ ਪੰਜਾਬ ਦੇ ਵਿੱਚ ਹੈ, ਉਹ ਤਾਂ ਤੁਹਾਨੂੰ ਦੁਨੀਆ ਦੇ ਵਿੱਚ ਉਹਦੀ ਮਿਸਾਲ ਨਹੀਂ ਕਿਤੇ ਮਿਲਣੀ। ਮੈਂ ਪਰ ਸਰਦਾਰ ਸਾਹਿਬ, ਇੱਥੇ ਸਾਇੰਸ ਦੇ ਵਿੱਚ ਵੱਡੇ ਵੱਡੇ ਸਾਇੰਸਦਾਨ ਜਿਵੇਂ CNR ਰਾਓ, ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ, ਰੋਦਮ ਨਰਸਿਮਾ, ਪਦਮ ਵਿਭੂਸ਼ਣ, ਰਾਜਾ ਰਾਮੰਨਾ, MR ਸ੍ਰੀਨਿਵਾਸਨ, ਮੈਂ ਇਹਨਾਂ ਨੂੰ ਪਰਸਨਲੀ ਜਾਣਦਾ ਸੀ। ਜਾਣਦਾ ਮਤਲਬ CNR ਰਾਓ, ਰੋਦਮ ਨਰਸਿਮਾ ਤਾਂ ਅਜੇ ਵੀ ਹੈਗੇ, ਰਾਜਾ ਰਾਮੰਨਾ, ਇਹਨਾਂ ਚ ਕੋਈ ਵੀ ਆਪਣੀ ਮਾਂ ਬੋਲੀ ਨਾਲੋਂ ਟੁੱਟਿਆ ਹੋਇਆ ਨਹੀਂ ਸੀ ਜੀ ਜੀ। ਕੋਈ ਵੀ ਆਪਣੀ ਸੰਸਕ੍ਰਿਤੀ ਨਾਲੋਂ ਟੁੱਟਿਆ ਹੋਇਆ ਨਹੀਂ ਸੀਗਾ ਜੀ। ਤੇ ਇਹ ਤਾਂ ਇਨਫੈਕਟ CNR ਰਾਓ ਤਾਂ ਕਨੜਾ ਦੇ ਵਿੱਚ ਲਿਖਦੇ ਹੋਏ ਨੇ, ਸਪੀਚਿਸ ਵੀ ਦਿੰਦੇ ਨੇ, ਸਾਰਾ ਕੁਝ ਹੈ। ਸੋ ਇਹ ਕਿੱਥੋਂ ਤੁਸੀਂ ਸ਼ੁਰੂ ਕਰੋਗੇ? ਮੈਨੂੰ ਪੁੱਛੋ
ਤਾਂ ਮੈਂ ਇਹੀ ਗੱਲ, ਹੁਣ ਇਹ ਸਾਡੀ ਸਮੱਸਿਆ ਐਕਚੁਅਲੀ ਦੋਨਾਂ ਪੰਜਾਬਾਂ ਦੀ ਹੈ। ਪੱਛਮੀ ਪੰਜਾਬ ਦੇ ਇੱਕ ਵਿਦਵਾਨ ਨੇ ਉਹ ਦੇਖਿਆ ਕਿ ਉੱਥੇ ਵੀ ਸਿੱਖਿਆ ਦਾ ਹਾਲ ਇਹੋ ਹੀ ਮਾੜਾ ਹੀ ਹੈ, ਕਿਉਂਕਿ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਵਿਦਿਅਕ ਢਾਂਚਾ ਸੀ, ਜਿਸ ਵੇਲੇ ਉਹਨਾਂ ਨੂੰ ਤਬਾਹ ਕੀਤਾ, ਉਸ ਤੋਂ ਬਾਅਦ ਦੋਵੇਂ ਪਾਸੇ ਦੇ ਪੰਜਾਬ ਉੱਭਰ ਨਹੀਂ ਸਕੇ ਜੀ। ਉਹਨੇ ਇੱਕ ਕੈਂਬਰਿਜ ਦੇ ਵਿਦਵਾਨ ਨੂੰ ਪੁੱਛਿਆ, ਉਹਨਾਂ ਦਾ ਇੱਕ ਵਿਦਵਾਨ, ਕਿ ਜੇ ਅਸੀਂ ਕੁਝ ਕਰਨਾ ਹੋਏ ਇੱਥੇ ਆਪਣੇ ਤਾਲੀਮੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਤਾਂ ਕੀ ਕਰੀਏ ਜੀ। ਉਹ ਕਹਿੰਦਾ ਕੈਂਬਰਿਜ ਦਾ ਜਿਹੜਾ ਵਿਦਵਾਨ ਸੀ ਉਹ ਕੁਝ ਦੇਰ ਸੋਚਦਾ ਰਿਹਾ। ਉਹਨੇ ਸੋਚ ਕੇ ਆਖਿਆ ਕਿ ਇੱਕ ਤਾਂ ਤੁਸੀਂ ਮਾਂ ਬੋਲੀ ਨੂੰ ਸਿੱਖਿਆ ਦਾ ਮਾਧਿਅਮ ਬਣਾਓ, ਤੇ ਦੂਜਾ ਉਹਨਾਂ ਨੂੰ ਹਿਸਾਬ, ਮੈਥਸ, ਉਹਦੇ ਵੱਲ ਧਿਆਨ ਦਿਓ, ਬਾਕੀ ਚੀਜ਼ਾਂ ਉਹ ਆਪੇ ਸਿੱਖ ਜਾਣਗੇ। ਅੱਛਾ, ਇਹ ਮੈਂ ਹੁਣੇ ਪਿੱਛੇ ਜੇ ਪੜਿਆ, ਤੇ ਇੱਥੇ ਮੇਰੇ ਦੋਸਤ ਸੀਗੇ, ਹੁਣ ਤਾਂ ਖੈਰ ਉਹ ਗੁਜ਼ਰ ਗਏ ਨੇ, ਉਹ ਵੀ ਫੋਰਨ ਸਰਵਿਸ ਸੀਗੇ, ਐਂਬੈਸਡਰ ਰਹੇ ਨੇ, ਸਿਧਾਰਥਾਚਾਰੀ। ਉਹ ਰਿਟਾਇਰ ਹੋਣ ਤੋਂ ਬਾਅਦ ਵਾਪਸ ਮਾਈਸੋਰ ਆਏ ਤੇ ਉਹਨਾਂ ਨੇ ਸਕੂਲ ਖੋਲਿਆ ਉੱਥੇ, ਉਹਦਾ ਨਾਂ ਰੱਖਿਆ ਪੁਸ਼ਕਰਣੀ ਜੀ। ਤੇ ਉਹ 'ਚ ਬੱਚਿਆਂ ਨੂੰ ਸਿਰਫ ਦੋ ਚੀਜ਼ਾਂ ਪੜ੍ਹਾਉਂਦੇ ਸੀਗੇ, ਸੰਸਕ੍ਰਿਤ ਤੇ ਮੈਥਸ ਜੀ। ਯਾਨੀ ਇਹ ਗੱਲ ਹੈਗੀ 80s ਦੀ, 80ਵੀਆਂ ਦੀ ਗੱਲ ਹੈ ਜੀ। ਇਹ ਤਾਂ ਖੈਰ ਹੈ ਜਿਹੜਾ ਕੈਂਬਰਿਜ ਵਾਲੇ ਨੇ ਦੱਸਿਆ ਵੀ ਤੁਸੀਂ ਆਪਣੀ ਮਾਂ ਬੋਲੀ ਤੇ ਮੈਥਸ, ਇਹ ਦੋ ਚੀਜ਼ਾਂ ਤੇ ਧਿਆਨ ਦਿਓ, ਇਹ ਚੀਜ਼ ਉਹਨਾਂ ਨੇ ਇੰਨੇ ਸਾਲ ਪਹਿਲਾਂ ਕਰਤੀ ਸੀ। ਹੁਣ ਉਹ ਪਤਾ ਨਹੀਂ ਉਹਨਾਂ ਦੇ ਗੁਜ਼ਰਨ ਤੋਂ ਬਾਅਦ ਸਕੂਲ ਆਮ ਸਕੂਲਾਂ ਵਰਗਾ ਹੋ ਗਿਆ ਕਿ ਨਹੀਂ ਹੋਇਆ, ਪਰ ਸਿਰਫ ਦੋ ਚੀਜ਼ਾਂ ਵੱਲ ਉਹ ਪੜ੍ਹਾਉਂਦੇ ਹੀ ਦੋ ਚੀਜ਼ਾਂ ਸੀਗੇ ਜੀ, ਤੇ ਬਾਕੀ ਚੀਜ਼ਾਂ ਬੱਚੇ ਆਪੇ ਸਿੱਖ ਜਾਣਗੇ। ਤੇ ਹੁਣ ਜੇ ਤੁਸੀਂ ਜੋ ਇੱਥੇ ਪੰਜਾਬੀ ਦੀ ਦੁਰਦਸ਼ਾ ਪੰਜਾਬ ਦੇ ਵਿੱਚ ਹੋ ਰਹੀ ਹੈ, ਉਹ ਤੋਂ ਤੁਸੀਂ ਵਿਦਿਅਕ ਢਾਂਚਾ ਕਿਵੇਂ ਇੰਪਰੂਵ ਕਰੋਗੇ? ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਲੇਕਿਨ ਸਰਦਾਰ ਸਾਹਿਬ, ਜੇ ਮੈਂ ਤੁਹਾਨੂੰ ਫਿਰ ਮੈਂ ਰਿਪੀਟ ਉਹ ਸਵਾਲ ਕਰਨ ਲੱਗਿਆ ਕਿ ਜੇ ਅਸੀਂ ਇਹ ਸਮਝੀਏ ਕਿ ਤੁਸੀਂ ਹੁਣ ਆਪਣੇ ਜ਼ਿੰਦਗੀ ਦੇ ਇਸ ਪੜਾਅ ਤੇ ਜਿੱਥੇ ਤੁਸੀਂ ਹੱਥਲੇ ਕੰਮ ਕਾਫੀ ਹੱਦ ਤੱਕ ਐਡਰੈਸ ਕਰ ਲਏ, ਉਸ ਤੋਂ ਬਾਅਦ ਇਸ ਸਟੇਟ ਲਈ ਜਿਹਦੇ ਵਿੱਚੋਂ ਤੁਹਾਡਾ ਜਨਮ ਹੁੰਦਾ ਹੈ, ਜਿੱਥੋਂ ਤੁਸੀਂ ਤੁਰਦੇ ਹੋ, ਵੱਖਰੀ ਗੱਲ ਤੁਸੀਂ ਵੱਖਰਾ ਕੈਡਰ ਚੁਣ ਲੈਂਦੇ ਹੋ, ਤੇ ਅੱਜ ਜੇ ਤੁਹਾਡੀ ਜ਼ਰੂਰਤ ਮਹਿਸੂਸ ਕਰੇ ਪੰਜਾਬ ਤੇ ਤੁਹਾਡੀਆਂ ਸੇਵਾਵਾਂ ਮਿਲ ਸਕਦੀਆਂ ਕਿ ਨਹੀਂ ਪੰਜਾਬੀਆਂ ਨੂੰ, ਜਾਂ ਕਿਸ ਰੂਪ 'ਚ ਮਿਲ ਸਕਦੀਆਂ, ਕਦੇ ਮਨ 'ਚ ਖਿਆਲ ਆਇਆ ਕਿ ਤੁਸੀਂ ਕਿਸੇ ਤਰੀਕੇ ਨਾਲ ਪੰਜਾਬ ਨੂੰ ਕੋਈ ਖਾਕਾ ਬਣਾ ਕੇ ਦਿਓ ਕਿਸੇ ਖੇਤਰ ਦਾ ਵੀ? ਮੈਂ ਨਹੀਂ ਕਹਿੰਦਾ ਕਿ ਸਾਰੇ ਤੁਸੀਂ ਕਰ ਸਕਦੇ ਹੋ, ਲੇਕਿਨ ਜਿਹੜੇ ਤੁਹਾਡੇ ਅਨੁਭਵ 'ਚੋਂ ਤੁਹਾਨੂੰ ਬਿਹਤਰ ਲੱਗਦਾ ਹੈ ਤੁਸੀਂ ਉਹ ਪਬਲਿਸ਼ ਕਰ ਸਕਦੇ ਹੋ, ਤੁਸੀਂ ਕਿਸੇ ਪਲੇਟਫਾਰਮ ਤੇ ਗੱਲ ਕਰ ਸਕਦੇ ਹੋ। ਸੋ ਤੁਹਾਨੂੰ ਲੱਗਦਾ ਹੈ ਕਿ ਕਦੇ ਕਦੇ ਇਹ ਦਰਦ ਜਾਗਦਾ ਹੈ ਅੰਦਰ ਕਿ ਇਹ ਸਾਡੀ ਕੌਮ, ਇਹ ਸਾਡਾ ਮਾਣ, ਇਹ ਸਾਡਾ ਵਤਨ, ਇਹ ਸਾਡੀ ਮਿੱਟੀ, ਇਹਦੇ ਲਈ ਕੁਝ ਕਰਨਾ ਹੈ, ਕਿਉਂਕਿ ਤੁਸੀਂ ਕਰ ਤਾਂ ਹਰ ਦਿਨ ਰਹੇ ਹੀ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਕਿ ਪੰਜਾਬ ਦੇ ਵਿੱਚ ਜਿਹੜੇ ਬੈਠੇ ਨੇ ਲੋਕ, ਉਹ ਮੇਰੇ ਨਾਲੋਂ ਵੱਧ ਜਾਣਦੇ ਨੇ ਪੰਜਾਬ ਬਾਰੇ। ਜਿੱਥੇ ਡਾਕਟਰ ਜੋਹਲ ਵਰਗੇ, ਗਿੱਲ ਸਾਹਿਬ ਵਰਗੇ, ਤੇ ਇਹ ਸਾਰੇ ਵਿਦਵਾਨ ਲੋਕ ਜਿਨ੍ਹਾਂ ਦਾ ਇੰਨਾ ਤਜਰਬਾ ਹੈ, ਉਹ ਸਾਰੇ ਹੈਗੇ। ਉਹਨਾਂ ਨੂੰ ਮੈਂ ਕੀ ਆਖਾਂਗਾ ਵੀ ਤੁਸੀਂ ਪੰਜਾਬ 'ਚ ਹੀ ਕਰੋ। ਦੂਜਾ ਇਹ ਕਿ ਜਿਵੇਂ ਮੈਂ ਅਰਜ਼ ਕਰ ਰਿਹਾ ਸੀਗਾ ਵੀ ਸੁਣਨ ਲਈ ਤਿਆਰ ਨਹੀਂ ਹੈਗੇ ਸਾਡੇ ਲੋਕ। ਮੈਂ ਇੱਕ ਦੋ ਮੌਕੇ ਆਏ ਐਸੇ ਜਿੱਥੇ ਪੰਜਾਬ ਸਰਕਾਰ ਦੇ ਮਿਨਿਸਟਰਾਂ ਨੂੰ ਵੀ ਤੇ ਉੱਚੇ ਪੱਧਰ ਦੇ ਅਫਸਰਾਂ ਨੂੰ ਵੀ ਆਖਿਆ ਕਿ ਤੁਸੀਂ IT ਦੀ ਬੱਸ ਤਾਂ ਮਿਸ ਕਰ ਰਹੇ ਹੋ ਜੀ, BT ਬਾਇਓਟੈਕਨੋਲੋਜੀ ਦੀ ਬੱਸ ਨਾ ਮਿਸ ਕਰੋ, ਤੇ ਐਗਰੀਕਲਚਰ ਯੂਨੀਵਰਸਿਟੀ ਨੂੰ ਤੁਸੀਂ BT ਦਾ ਹੱਬ ਬਣਾ ਕੇ ਉਹਦੇ ਤੇ ਧਿਆਨ ਦਿਓ। ਕਿਸੇ ਨੇ ਗੱਲ ਨਹੀਂ ਸੁਣੀ। ਦੂਜਾ ਇਹ ਕਿ ਤੁਸੀਂ ਚਾਹੁੰਦੇ ਹੋ ਕਿ ਵੱਡੀ ਇੰਡਸਟਰੀ ਪੰਜਾਬ ਦੇ ਵਿੱਚ ਆਏ। ਵੱਡੀ ਇੰਡਸਟਰੀ ਹੁਣ ਦੇਖੋ, ਇੱਕ ਪਾਸੇ ਕਰਨਾਟਕ ਹੈ, ਮਹਾਰਾਸ਼ਟਰ ਹੈ, ਤਮਿਲਨਾਡੂ ਹੈ, ਗੁਜਰਾਤ ਹੈ, ਆਂਧਰਾ ਹੈ, ਤੇਲੰਗਾਨਾ ਹੈ। ਇਹਨਾਂ ਨੂੰ ਛੱਡ ਕੇ ਪੰਜਾਬ 'ਚ ਕਿਹੜੀ ਚੀਜ਼ ਹੈ ਜਿਸ ਤੇ ਉਹ ਆਏ? ਇੱਥੇ ਨਾਰਾਇਣ ਮੂਰਤੀ ਜਿਹੜੇ ਇਨਫੋਸਿਸ ਦੇ ਫਾਊਂਡਰ ਨੇ, ਉਹਨਾਂ ਨਾਲ ਗੱਲ ਹੋ ਰਹੀ ਸੀ ਤੇ ਪੰਜਾਬ ਦੇ ਵਿੱਚ ਤੁਸੀਂ ਸ਼ੁਰੂ ਤੋਂ ਕੀਤੇ ਕੰਮ ਵਧਾਓਗੇ। ਉਹ ਕਹਿੰਦੇ ਉੱਥੇ ਪੰਜਾਬ ਦੇ ਮੁੰਡੇ ਰਹਿਣਾ ਹੀ ਨਹੀਂ ਚਾਹੁੰਦੇ। ਹਾਂ, ਸਭ ਤੋਂ ਵੱਡੀ ਸਮੱਸਿਆ। ਸੋ ਬਾਹਰਲਾ ਬੰਦਾ ਪੰਜਾਬ ਦੇ ਲੋਕਾਂ ਨੂੰ ਕੋਈ ਕੀ ਦੱਸੇਗਾ? ਉੱਥੇ ਦੇ ਲੋਕਾਂ ਨੂੰ ਮੇਰੇ ਨਾਲੋਂ ਕਿਤੇ ਵੱਧ ਇਸ ਬਾਰੇ ਜਾਣਕਾਰੀ ਹੈ। ਅੱਛਾ ਸਰਦਾਰ ਸਾਹਿਬ, ਇਹ ਜੋ ਹੁਣ COVID-19 ਆ, ਇਹ ਕਰੋਨਾ ਵਾਇਰਸ ਦਾ ਕਹਿਰ ਆ, ਤੁਹਾਨੂੰ ਇਸ ਤੋਂ ਬਾਅਦ ਕੋਈ ਤਬਦੀਲੀ ਲੱਗਦੀ ਨਜ਼ਰ ਆਉਂਦੀ ਮਨੁੱਖੀ ਸੁਭਾਅ ਦੇ ਵਿੱਚ?
ਲੋਕਾਂ ਦਾ ਰਹਿਣ ਸਹਿਣ ਸਰਕਾਰਾਂ ਦਾ ਬਿਲਕੁਲ ਨਜ਼ਰੀਆ। ਦੇਖੋ ਜੀ, ਸੁਭਾਅ ਦੀ ਤਬਦੀਲੀ, ਮੈਂ ਹੈਰਾਨ ਹੁੰਨਾ ਕਿ ਕਿਵੇਂ ਮੈਨੂੰ ਤਾਂ ਜਾਪਦਾ ਜਿਵੇਂ ਪੰਜਾਬੀਆਂ ਦੀ ਮਾਨਸਿਕਤਾ ਹੀ ਬਦਲ ਗਈ ਹੈ ਵੀ ਕੀ ਹੋ ਗਿਆ ਜੋ ਭਾਈ ਨਿਰਮਲ ਸਿੰਘ ਦੇ ਸੰਸਕਾਰ ਵੇਲੇ ਹੋਇਆ। ਉਹ ਮੈਂ ਤਾਂ ਇੱਥੇ ਕਰਨਾਟਕਾ ਦੇ ਵਿੱਚ ਇਮੇਜਿਨ ਨਹੀਂ ਕਰ ਸਕਦਾ ਵੀ ਇਸ ਤਰ੍ਹਾਂ ਦੀ ਚੀਜ਼ ਵੀ ਹੋਏਗੀ। ਔਰ ਇੱਥੇ ਖਬਰ ਦੇਖੀ ਹੈ ਕਿ ਪੰਜਾਬ ਦੇ ਵਿੱਚ ਲੋਕ ਆਪਣੇ ਸਕਿਆਂ ਦੀਆਂ ਲਾਸ਼ਾਂ ਦਾ ਸੰਸਕਾਰ ਕਰਨ ਤੋਂ ਗੁਰੇਜ਼ ਕਰ ਰਹੇ ਹਨ ਵੀ ਇੰਨੇ ਡਰ ਗਏ। ਔਰ ਉਹ ਪੰਜਾਬੀ ਜਿਨ੍ਹਾਂ ਬਾਰੇ ਪੂਰਨ ਸਿੰਘ ਉਹਨਾਂ ਨੇ ਆਖਿਆ ਕਿ ਮੌਤ ਨੂੰ ਮਖੌਲਾਂ ਕਰਨ ਵਾਲੇ ਕਿੱਥੇ ਗਏ? ਪੂਰਨ ਸਿੰਘ ਉਹਨਾਂ ਨੇ ਇਹ ਵੀ ਆਖਿਆ ਸੀ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਉਹ ਭਰੋਸਾ ਕਿੱਥੇ ਗਿਆ? ਬਿਲਕੁਲ ਇਹ ਨਹੀਂ ਕਿ ਤੁਸੀਂ ਕਰੋਨਾ ਵਾਇਰਸ ਦੇ ਬਾਰੇ ਬਿਲਕੁਲ ਸੜਕਾਂ ਤੇ ਆ ਜਾਓ ਤੇ ਤੁਸੀਂ ਜਿਹੜੀਆਂ ਉਹਦੇ ਬਾਰੇ ਸੁਰੱਖਿਆ ਦੇ ਕਦਮ ਉਠਾਉਣੇ ਨੇ ਉਹ ਜ਼ਰੂਰ ਉਠਾਉਣੇ ਚਾਹੀਦੇ ਨੇ ਵੀ ਇੰਨਾ ਫਾਸਲਾ ਰੱਖੋ, ਇਹ ਕਰੋ। ਪਰ ਇਹ ਤਾਂ ਨਹੀਂ ਵੀ ਤੁਸੀਂ ਬਿਲਕੁਲ ਹੀ ਇੰਨੇ ਡਰ ਜਾਓ ਕਿ ਮਾਂ-ਬਾਪ ਦੀਆਂ ਲਾਸ਼ਾਂ ਦੇ ਸੰਸਕਾਰ ਕਰਨ ਤੋਂ ਤੁਸੀਂ ਗੁਰੇਜ਼ ਕਰੋ। ਇਹ ਤਾਂ ਅਫਸੋਸ ਵਾਲੀ ਗੱਲ ਹੈ। ਇਹ ਜ਼ਰੂਰ ਇਸ ਮਹਾਮਾਰੀ ਤੋਂ ਬਾਅਦ ਪੰਜਾਬ ਦਾ ਕੀ ਹਾਲ ਹੋਏਗਾ ਹੈ ਮੇਰਾ ਖਿਆਲ ਕੇਰਲਾ, ਕਰਨਾਟਕਾ ਇਹਨਾਂ ਤੋਂ ਸਿੱਖਣ ਦੀ ਲੋੜ ਹੋਏਗੀ ਜੀ। ਤੇ ਬਾਕੀ ਇਹ ਹੈ ਕਿ ਆਰਥਿਕਤਾ ਤੇ ਤਾਂ ਅਸਰ ਪੈਣਾ ਹੀ ਪੈਣਾ ਹੈ ਕਿਉਂਕਿ ਇੱਕ ਵਾਰੀ ਹੁਣ ਜਿਹੜੇ ਮਜ਼ਦੂਰ ਵਾਪਸ ਚਲੇ ਗਏ, ਹੁਣ ਦੇਖੋ ਹੁਣ ਝੋਨੇ ਦੀ ਲੁਆਈ ਦਾ ਮੌਸਮ ਆਉਣਾ ਅੱਗੇ ਤੇ ਇਹਦੇ ਝੋਨੇ ਦੀ ਲੁਆਈ ਕਰਨ ਵਾਲੇ ਸਾਰੇ ਪੂਰਬੀ ਭਾਰਤ ਤੋਂ ਆਉਂਦੇ ਨੇ ਜੀ। ਹੁਣ ਉਹ ਮਜ਼ਦੂਰ ਆਪਣੇ ਘਰਾਂ ਨੂੰ ਚਲੇ ਗਏ, ਮੁੜ ਕੇ ਨਾ ਆਏ ਤਾਂ ਝੋਨੇ ਦਾ ਕੀ ਹੋਊਗਾ? ਪਰ ਇਹ ਇੱਕ ਮੌਕਾ ਹੈ ਜਿੱਥੋਂ ਤੁਸੀਂ ਝੋਨੇ ਤੇ ਕਣਕ ਦਾ ਜਿਹੜਾ ਤੁਹਾਡਾ ਫਸਲੀ ਚੱਕਰ ਹੈ ਇਹਦੇ ਵਿੱਚੋਂ ਬਾਹਰ ਨਿਕਲਣ ਦਾ ਇੱਕ ਮੌਕਾ ਹੈ। ਲੇਕਿਨ ਨਿਕਲ ਕਿਵੇਂ ਸਕਦੇ? ਬਦਲ ਕੋਈ ਨਹੀਂ ਨਾ ਹੈਗਾ ਸਰ। ਦੇਖੋ ਬਦਲ ਤਾਂ ਲੱਭਣਾ ਪਏਗਾ ਨਾ। ਇੱਥੇ ਲੋਕਾਂ ਨੇ ਆਪ ਵੀ ਲੱਭਣੇ ਨੇ ਤੇ ਸਰਕਾਰ ਨੇ ਵੀ ਲੱਭਣੇ ਨੇ। ਇੱਕ ਮੇਰੇ ਕੋਲ ਮਰਾਠੀ ਪੇਪਰ ਵੀ ਆਉਂਦਾ ਹੈ, ਉਹਦੇ ਵਿੱਚ ਇੱਕ ਮੈਂ ਦੇਖਿਆ ਸੀਗਾ ਕਿ ਮਹਾਰਾਸ਼ਟਰ ਦੇ ਕੁਝ ਕਿਸਾਨ ਉਦੋਂ ਕਿਸਾਨ ਪੰਜਾਬ ਗਏ ਦੇਖਣ ਲਈ ਕਿ ਸੁਣਿਆ ਵੀ ਪੰਜਾਬ ਖੇਤੀਬਾੜੀ ਦੇ ਵਿੱਚ ਬਹੁਤ ਅੱਗੇ ਹੈ। ਦੇਖ ਕੇ ਆਏ ਵੀ ਜਿਸ ਵੇਲੇ ਵਾਪਸ ਆਏ ਤਾਂ ਉਹਨਾਂ ਦੇ ਜਿਹੜੇ ਉੱਥੋਂ ਦੇ ਪ੍ਰਭਾਵ ਸੀਗੇ ਅਖਬਾਰ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਤੋਂ ਸੰਵਾਦ ਮੈਂ ਪੜ੍ਹ ਰਿਹਾ ਸੀ, ਮਰਾਠੀ ਚ ਸੀਗਾ। ਤਾਂ ਉਹ ਕਹਿੰਦੇ ਕਿ ਅਸੀਂ ਤਾਂ ਸੋਚਿਆ ਸੀਗਾ ਕਿ ਸਾਡੇ ਨਾਲੋਂ ਬਹੁਤ ਅੱਗੇ ਹੋਣਗੇ ਪਰ ਸਾਨੂੰ ਕੋਈ ਐਸੀ ਗੱਲ ਨਹੀਂ, ਸਾਡੇ ਨਾਲੋਂ ਪਿੱਛੇ ਹੀ ਲੱਗੇ। ਹੁਣ ਜਿਹੜੀ ਖੇਤੀ ਦੀ ਵਿਭਿੰਨਤਾ ਹੈਗੀ ਉਹ ਤੁਸੀਂ ਮਹਾਰਾਸ਼ਟਰ ਤੋਂ ਦੇਖੋ, ਕਰਨਾਟਕਾ ਤੋਂ ਦੇਖੋ ਕਿ ਇਹ ਫਸਲੀ ਚੱਕਰ ਦੇ ਵਿੱਚ ਅਸੀਂ ਨਿਕਲ ਨਹੀਂ ਸਕਦੇ। ਇਹ ਤਾਂ ਹੁਣ ਲੋਕਾਂ ਨੇ ਦੇਖਣ ਵਾਲੀ ਗੱਲ। ਸਾਡੀ ਜ਼ਮੀਨ ਦੇ ਵਿੱਚ ਮੇਰੇ ਬਚਪਨ ਦੇ ਵਿੱਚ ਮੈਂ ਇੱਕ ਵਾਰੀ ਗਿਣ ਰਿਹਾ ਸੀਗਾ ਕਿ 20 ਫਸਲਾਂ ਮੈਂ ਗਿਣੀਆਂ ਜਿਨ੍ਹਾਂ ਦੇ ਵਿੱਚ ਤਾਰਾ ਮੀਰਾ ਵੀ ਸੀ, ਤੋਰੀਆ ਵੀ ਸੀ, ਮੇਥੇ ਵੀ ਸੀਗੇ, ਸੌਂਫ ਵੀ ਸੀਗੇ, ਕੋਈ 20 ਸੀਗੀਆਂ। ਉਹ 20 ਤੋਂ 0 ਹੁਣ ਨਿਕਲ ਗਈ, ਬਿਲਕੁਲ 2 ਰਹਿ ਗਈਆਂ ਨੇ। ਬਿਲਕੁਲ ਠੀਕ ਹੈ। ਹੁਣ ਇੱਥੇ ਤੇ ਤੁਸੀਂ ਦੇਖੋ ਤਾਂ ਇਸ ਵੇਲੇ ਸਭ ਤੋਂ ਵੱਧ ਜਿਹੜੀ ਮੰਗ ਚੱਲ ਰਹੀ ਹੈ ਜੀ, ਮੈਂ ਕਰਨਾਟਕਾ ਦੀ ਗੱਲ ਕਰ ਰਿਹਾ, ਉਹ ਹੈਗੀ ਮੰਡਲ ਰਾਗੀ ਜਿਹਨੂੰ ਕਹਿੰਦੇ ਨੇ, ਕੋਦਰਾ। ਪੰਜਾਬ ਦੇ ਵਿੱਚ ਵੀ ਰਾਗੀ ਦਾ ਲੋਕ ਆਟਾ ਹੁਣ ਜ਼ਿਆਦਾ ਪਸੰਦ ਕਰਨ ਲੱਗੇ, ਜਿਹੜੇ ਪੜ੍ਹੇ ਲਿਖੇ ਆ ਕਹਿੰਦੇ ਜੀ ਕਣਕ ਨਾਲੋਂ ਰਾਗੀ ਜ਼ਿਆਦਾ ਸਿਹਤ ਲਈ ਫਾਇਦੇਮੰਦ ਆ। ਹਾਂਜੀ, ਰਾਗੀ ਤੁਸੀਂ ਦੇਖੋ 40ਵੀਂ ਤੱਕ ਰਾਗੀ ਦੀ ਕਾਸ਼ਤ ਪੰਜਾਬ 'ਚ ਹੁੰਦੀ ਸੀ, ਇਹਨੂੰ ਮੰਡਲ ਕਹਿੰਦੇ ਨੇ ਪੰਜਾਬੀ 'ਚ ਜੀ ਜੀ। ਰਾਗੀ, ਸੁਆਂਖ, ਸਾਵੇ ਇੱਥੇ ਕਹਿੰਦੇ ਨੇ। ਸੁਆਂਖ ਜਿਹੜੀ ਹੈ, ਰਾਗੀ ਹੈ, ਕੋਦਰੇ ਦੀ ਰੋਟੀ ਤਾਂ ਗੁਰੂ ਸਾਹਿਬ ਨੇ ਭਾਈ ਲਾਲੋ ਦੇ ਘਰ ਖਾਧੀ। ਬਿਲਕੁਲ, ਕੋਦਰੇ ਦੀ ਰੋਟੀ ਖਾਧੀ। ਕੋਦਰਾ ਸਾਡੇ ਇੱਥੇ ਬਣਾਉਂਦੇ ਨੇ, ਸਾਡੇ ਘਰ ਵੀ ਨਿਤ ਕੋਦਰਾ ਬਣ ਜਾਂਦਾ। ਕੋਦਰਾ ਸੁਆਂਗ ਵਗੈਰਾ ਮਿਲਾ ਕੇ ਰਾਤ ਨੂੰ ਚੌਲਾ ਵਾਂਗੂ ਉਹ ਬਣ ਜਾਂਦਾ। ਮੇਰੇ ਮੁੰਡੇ ਨੂੰ ਉਹ ਪਸੰਦ ਨਹੀਂ ਜੀਦਾ। ਸੋ ਇਹ ਹੈ ਕਿ ਇੱਥੇ ਹੁਣ ਜੇ ਤੁਸੀਂ ਕੋਦਰੇ ਨੂੰ ਲੈਣ ਜਾਓ ਤਾਂ 60 ਰੁਪਏ ਕਿਲੋ ਹੈ ਕੋਦਰਾ ਜੀ। ਸ਼ਾਇਦ ਇਸ ਤੋਂ ਵੀ ਵੱਧ ਹੋ ਜਾਏ ਹੁਣ ਤਾਂ ਇਹ ਕਰੋਨਾ ਵਾਇਰਸ ਕਰਕੇ। ਹੁਣ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਪੰਜਾਬ ਦੀ ਗੱਲ ਦੱਸਦਾ ਕਿ ਮੈਂ ਜਦੋਂ ਸਿਵਲ ਏਵੀਏਸ਼ਨ ਤੇ ਟੂਰਿਜ਼ਮ ਮਿਨਿਸਟਰੀ 'ਚ ਸੀਗਾ
ਤੇ ਉਹ ਅਸੀਂ ਟੂਰਿਜ਼ਮ ਸਾਈਡ ਤੋਂ ਇਹ ਦੇਖਿਆ ਵੀ ਜੇ ਟੂਰਿਸਟਾਂ ਨੂੰ ਇਹਨਾਂ ਦੀ ਸੰਖਿਆ ਵਧਾਉਣੀ ਹੈ ਜਿਹੜੇ ਬਾਹਰੋਂ ਆਉਂਦੇ ਨੇ ਤਾਂ ਜੀ। ਅਸੀਂ ਗੇਟਵੇ 에ਅਰਪੋਰਟ ਹੋਰ ਸਾਨੂੰ ਬਣਾਉਣੇ ਪੈਣਗੇ ਜੀ। ਕਿਉਂਕਿ 4 ਹੀ ਸੀਗੇ ਉਦੋਂ। ਹੂੰ ਤੇ ਉਹ ਜਿਸ ਵੇਲੇ ਲਿਸਟ ਬਣਾਉਣੀ ਸੀ ਵੀ ਕਿਹੜੇ ਹੋਣ ਜਿਨ੍ਹਾਂ ਨੂੰ ਇੰਟਰਨੈਸ਼ਨਲ ਲੈਵਲ ਦੇ ਗੇਟ ਅਸੀਂ ਬਣਾਈਏ ਤਾਂ ਮੈਂ ਅੰਮ੍ਰਿਤਸਰ ਦਾ ਨਾਂ ਪਾਇਆ ਉਹਦੇ। ਅੱਛਾ। ਤੇ ਅੰਮ੍ਰਿਤਸਰ ਉਹ ਚਲਾ ਗਿਆ ਉੱਪਰ। ਹੂੰ ਜਿਸ ਵੇਲੇ ਅੰਮ੍ਰਿਤਸਰ ਦਾ ਅਨਾਉਂਸ ਹੋਇਆ ਪੰਜਾਬ ਸਰਕਾਰ ਵੱਲੋਂ ਚਿੱਠੀ ਆਉਂਦੀ ਹੈ ਵੀ ਅੰਮ੍ਰਿਤਸਰ ਰਹਿਣ ਦਿਓ ਅੱਛਾ। ਤੇ ਮੋਹਾਲੀ ਨੂੰ ਬਣਾ ਦਿਓ। ਉਦੋਂ ਕਿਹੜੀ ਸਰਕਾਰ ਸੀ? ਉਹ ਛੱਡੋ ਤੁਸੀਂ, ਹੁਣ ਮੋਹਾਲੀ ਠੀਕ ਹੈ, ਤੁਸੀਂ ਇਹ ਕਹਿਣਾ ਸੀਗਾ ਕਿ ਅੰਮ੍ਰਿਤਸਰ ਦਾ ਠੀਕ ਹੈ ਅਸੀਂ ਸਵਾਗਤ ਕਰਦੇ ਹਾਂ ਪਰ ਮੋਹਾਲੀ ਨੂੰ ਵੀ ਬਣਾ ਦਿਓ ਕਿਉਂਕਿ ਹਿਮਾਚਲ ਤੇ ਅਤੇ ਹਰਿਆਣੇ ਤੇ ਪੰਜਾਬ ਦੇ ਕੁਝ ਹਿੱਸੇ ਨੂੰ ਵੀ ਇਹਦੀ ਸੇਵਾ ਠੀਕ ਰਹਿਣੀ ਹੈ। ਪਰ ਇਹ ਕਹਿਣਾ ਕਿ ਇਹਨੂੰ ਅੰਮ੍ਰਿਤਸਰ ਨੂੰ ਛੱਡ ਦਿਓ ਤੇ ਮੋਹਾਲੀ ਨੂੰ ਬਣਾ ਦਿਓ ਇਹ ਤਾਂ ਜ਼ਿਆਦਤੀ ਸੀ। ਤੇ ਉਹ ਮਿਨਿਸਟਰ ਕਰਨਾਟਕਾ ਦਾ ਸੀ ਉਦੋਂ ਸਿਵਲ ਐਵੀਏਸ਼ਨ ਦਾ ਤੇ ਉਹਦਾ ਜਿਹੜਾ ਪੀਐਸ ਸੀਗਾ ਪ੍ਰਾਈਵੇਟ ਸੈਕਟਰੀ ਉਹਦੀ ਮੇਰੇ ਅੰਡਰ ਟ੍ਰੇਨਿੰਗ ਹੋਈ ਸੀਗੀ। ਉਹ ਮੈਨੂੰ ਕਹਿਣ ਲੱਗਿਆ ਕਹਿੰਦਾ ਸਰ ਉਹ ਤਾਂ ਆ ਚਿੱਠੀ ਉਹਨੇ ਮੈਨੂੰ ਚਿੱਠੀ ਦਿਖਾ ਦਿੱਤੀ। ਮੈਂ ਕਿਹਾ ਭਰਾ ਤੂੰ ਐ ਕਰ ਵੀ ਇਹ ਮਿਨਿਸਟਰ ਵੱਲੋਂ ਇਹ ਆਰਡਰ ਲਿਖ ਦੇ। ਅੱਛਾ। ਦੱਸਿਆ ਹਾਂ ਉਹ ਮਿਨਿਸਟਰ ਨਾਲ ਗੱਲ ਕੀਤੀ। ਮਿਨਿਸਟਰ ਕਿਉਂਕਿ ਕਰਨਾਟਕਾ ਦਾ ਸੀ ਜਾਣਦਾ ਸੀਗਾ ਉਹ ਫਿਰ ਮੈਨੂੰ ਕਹਿਣ ਲੱਗਾ ਕਹਿੰਦਾ ਜੀ ਉਹ ਕਹਿੰਦੇ ਨੇ ਵੀ ਤੁਸੀਂ ਜਿਹੜਾ ਮਿਨਿਸਟਰ ਦਾ ਆਰਡਰ ਹੈ ਡਰਾਫਟ ਕਰਕੇ ਦੇ ਦਿਓ। ਅੱਛਾ। ਸੋ ਮੈਂ ਡਰਾਫਟ ਕਰਕੇ ਦੇਤਾ। ਉਹ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਬਣ ਗਈ, ਬਚ ਗਈ। ਨਹੀਂ ਤਾਂ ਤੁਸੀਂ ਅੰਮ੍ਰਿਤਸਰ ਦੇ ਬਣ ਜਾਣਾ ਸੀ ਖੈਰ ਕਿਉਂਕਿ ਇੰਟਰਨੈਸ਼ਨਲ ਟਰੈਵਲ ਤਾਂ ਟ੍ਰੈਫਿਕ ਤਾਂ ਅੰਮ੍ਰਿਤਸਰ ਤੇ ਹੀ ਆਉਣਾ ਹੈ। ਸੋ ਉਹ ਇਹ ਹੈ ਕਿ ਜੇ ਹੁਣ ਇਹੋ ਇਦਾਂ ਦਾ ਐਟੀਟਿਊਡ ਹੋਵੇਗਾ ਤਾਂ ਫਿਰ ਤੁਸੀਂ ਕਿੱਥੋਂ ਸ਼ੁਰੂ ਕਰੋਗੇ? ਨਹੀਂ ਕੋਈ ਨਹੀਂ, ਹੁਣ ਤੁਸੀਂ ਤੇ ਦੱਸਣਾ ਨਹੀਂ ਤੇ ਅਸੀਂ ਤੁਹਾਡੀ ਪੋਸਟਿੰਗ ਦਾ ਉਹ ਸਾਲ ਲੱਭ ਲਾਂਗੇ ਤੇ ਫਿਰ ਪੰਜਾਬ ਦੇ ਵਿੱਚ ਕੌਣ ਸੀ ਉਹਨੂੰ ਨਸ਼ਰ ਤਾਂ ਕਰਾਂਗੇ ਜੀ। ਲੇਕਿਨ ਇਹ ਅਪਰੋਚ ਨਹੀਂ ਹੋਣੀ ਚਾਹੀਦੀ। ਸਟੇਟ ਨੂੰ ਲੈ ਕੇ ਸਾਨੂੰ ਪੋਜ਼ਿਟਿਵਿਟੀ ਰੱਖਣੀ ਚਾਹੀਦੀ ਹੈ। ਸੋ ਮੈਂ ਤੁਹਾਡੇ ਨਾਲ ਹੋਰ ਵਿਸ਼ਿਆਂ ਤੇ ਗੱਲ ਜ਼ਰੂਰ ਕਰਨੀ ਚਾਹੂੰਗਾ ਕਿਉਂਕਿ ਤੁਹਾਡੇ ਅਨੁਭਵ ਬੜੇ ਵਿਸ਼ਾਲ ਹੈ। ਸਾਡੇ ਕੋਲ ਸਮਾਂ ਬਹੁਤ ਜ਼ਿਆਦਾ 1 ਘੰਟੇ ਵਾਂਗ ਦਾ ਸਮਾਂ ਹੋ ਗਿਆ। ਸੋ ਮੈਂ ਮਾਫੀ ਮੰਗ ਲੈਣੀ ਤੁਹਾਡੇ ਤੋਂ। ਹੁਣ ਸਰਦਾਰ ਸਾਹਿਬ ਜਿਉਂਦੇ ਵਸਦੇ ਰਹੋ। ਕੁਦਰਤ ਦੀ ਜਿਹੜੀ ਤੁਸੀਂ ਉਹਦੇ ਨਾਲ ਜੁੜੇ ਹੋਏ ਹੋ, ਗੁਰਬਾਣੀ ਨਾਲ ਜੁੜੇ ਹੋਏ ਹੋ, ਇਵੇਂ ਹੀ ਅੱਗੇ ਵੱਧਦੇ ਰਹੋ, ਵਿਸਥਾਰ ਲੈਂਦੇ ਰਹੋ ਔਰ ਪੰਜਾਬ ਲਈ ਅਰਦਾਸ ਕਰਦੇ ਰਹੋ, ਕੁਝ ਯਤਨ ਕਰਦੇ ਰਹੋ। ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਰੰਧਾਵਾ ਸਾਹਿਬ। ਬਾਕੀ ਪੰਜਾਬ ਦੀ ਅਰਦਾਸ ਦੀ ਗੱਲ ਤਾਂ ਹੈ ਕਿ ਪ੍ਰੋਫੈਸਰ ਪੂਰਨ ਸਿੰਘ ਹੀ ਕਹਿ ਗਏ ਸੀਗੇ ਜੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਵਾਹ ਕਮਾਲ ਹੈ। ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ।